ਤੁਸੀਂ ਕਿਹੜੀ ਪਾਰਟੀ ਨਾਲ ਜੁੜੇ ਹੋਏ ਆ, ਕਿਉਂਕਿ ਹੁਕਮਰਾਨ ਇਹ ਗੱਲ ਕਹਿੰਦੇ ਆ ਵੀ ਕਾਂਗਰਸ ਦੇ ਚੱਕੇ ਹੋਏ ਆਏ ਆ। ਜੇ ਆਪਣਾ ਗੱਲਾਂ ਧਿਆਨ 'ਚ ਰੱਖਾਂਗੇ ਤੇ ਲੋਕਾਂ ਨੇ ਤਖਤ ਨੂੰ ਪਲਟਾਉਂਦਿਆਂ ਕੋਈ ਟਾਈਮ ਨਹੀਂ ਲਾਇਆ। ਇਹ ਗੱਲਾਂ ਸਰਕਾਰ ਨੂੰ ਚੰਗੀ ਤਰ੍ਹਾਂ ਸਮਝ ਲੈਣੀਆਂ ਚਾਹੀਦੀਆਂ। ਤੁਸੀਂ ਇਹ ਮੰਨਦੇ ਹੋ ਕਿ ਇਸ ਅੰਦੋਲਨ ਦਾ ਇੱਕ ਜਿਹੜਾ ਪੱਖ ਉਹ ਇਹ ਵੀ ਰਿਹਾ ਕਿ ਸਾਡੇ ਪਿੰਡਾਂ ਦੀਆਂ ਲੜਾਈਆਂ ਇਸ ਅੰਦੋਲਨ ਨੇ ਮੁਕਾ ਦਿੱਤੀਆਂ ਨੇ ਤੇ ਹੁਣ ਅਸੀਂ ਏਕੇ ਦੇ ਵਿੱਚ ਬੱਝੇ ਰਵਾਂਗੇ? ਹਾਂਜੀ, ਇੱਕ ਤੇ ਇਹ ਪੱਖ ਵੀ ਰਿਹਾ ਤੇ ਦੂਜਾ ਇਹ ਜਾਗ੍ਰਿਤੀ ਵੀ ਆਈ ਆ ਸਾਰਿਆਂ ਦੇ ਵਿੱਚ ਕਿ ਅਸੀਂ ਆਪਣੀ ਜ਼ਮੀਨ ਤੋਂ ਆਪਣੇ ਆਪ ਤੋਂ ਟੁੱਟੀਏ ਨਾ। ਇਸ ਵਾਰੀ ਇਹਨਾਂ ਨੂੰ ਇਹ ਨਹੀਂ ਪਤਾ ਇਹ ਪੰਜਾਬ ਦੀ ਨਹੀਂ ਪੂਰੇ ਹਿੰਦੁਸਤਾਨ ਦੀ ਨੀਂਹ ਨਾਲ ਪੰਗਾ ਲੈ ਬੈਠੇ ਨੇ ਤੇ ਦਿੱਲੀ ਅਸੀਂ ਫਤਿਹ ਕਰਕੇ ਜਾਵਾਂਗੇ। ਭਾਈ ਤੁਸੀਂ ਸੱਚੀ ਮੁੱਚੀ 100 ਰੁਪਏ ਦੇ ਵਿੱਚ ਆਈਆਂ ਜਾਂ 500 ਦੇ ਵਿੱਚ ਜਾਂ ਫਿਰ ਅਣਖ ਦੇ ਨਾਲ ਆਈਆਂ? ਅਸੀਂ ਜੀ ਅਣਖ ਦੇ ਨਾਲ ਆਏ ਆ। ਉਹ ਬੀਬੀ ਤਾਂ ਹਾਲੇ ਵੀ ਇਹ ਕਹਿੰਦੀ ਹੈ ਕਿ ਤੁਸੀਂ ਮੈਨੂੰ ਜਿੱਥੋਂ ਮਰਜ਼ੀ ਚੁੱਪ ਕਰਾ ਦਿਓ, ਮੈਂ ਤਾਂ ਹੁਣੇ 1 ਸਕਿੰਟ ਲਾਵਾਂ ਕੈਮਰੇ ਇਕੱਠੇ ਕਰਕੇ ਤੇ ਜੋ ਮਰਜ਼ੀ ਕਹਿ ਸਕਦੀ, ਮੈਨੂੰ ਕੋਈ ਰੋਕ ਨਹੀਂ ਸਕਦਾ। ਕਹਿ ਸਕਦੀ ਜੀ, ਲੋਕ ਜਦੋਂ ਦਿੱਲੀ ਆ ਸਕਦੇ ਤੇ ਉਹਨੂੰ ਬੰਬੇ ਜਾ ਕੇ ਵੀ ਘੇਰ ਸਕਦੇ, ਉਹਦੇ ਘਰ ਨੂੰ ਵੀ ਘੇਰ ਸਕਦੇ ਆ। ਜਿੰਨਾ ਮੀਡੀਆ 'ਚ ਉਹਦੀ ਬੇਇੱਜ਼ਤੀ ਹੋ ਚੁੱਕੀ ਹੈ, ਉਹਨੂੰ ਤਾਂ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਹੈ। ਜਿਹੜਾ ਸਾਡੇ ਉੱਤੇ ਹਮਲਾਵਰ ਆ ਇਸ ਵਕਤ ਸਾਡਾ ਸਾਂਝਾ ਦੁਸ਼ਮਣ ਆ ਤੇ ਉਹ ਸਾਡੇ ਬਾਬਤ ਬਹੁਤ ਮਾੜੀ ਸੋਚ ਤੇ ਨਜ਼ਰੀਆ ਰੱਖਦਾ। ਭੰਨ ਦੋਗੇ ਆਕੜ? ਹਾਂਜੀ, ਭੰਨਦੇ ਹੱਲ ਨਹੀਂ ਢੋਣ ਚੋਂ ਕਿੱਲਾ ਕੱਢੋਗੇ? ਹਾਂਜੀ, ਗੋਡਾ ਰੱਖ ਲੈ, ਗੋਡਾ। ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਜਿਹੜੀ ਕੇਂਦਰ ਸਰਕਾਰ ਆ ਇਹ ਬਿੱਲ ਜਲਦੀ ਤੋਂ ਜਲਦੀ ਵਾਪਸ ਲਵੇ। ਦੇਖੋ ਕਿੰਨੀ ਠੰਡ ਵਿੱਚ ਰਾਤ ਨੂੰ ਇੱਥੇ ਮਾਵਾਂ ਬੈਠੀਆਂ, ਬੱਚੇ ਬੈਠੇ ਆ, ਬਜ਼ੁਰਗ ਬੈਠੇ ਆ, ਉਹਨਾਂ ਨੂੰ ਜਮਾਂ ਹੀ ਤਰਸ ਨਹੀਂ ਆਉਂਦਾ ਹੈਗਾ। ਮੋਤੀ ਦੀ ਜਿਹੜੀ ਧੌਣ 'ਚ ਕਿੱਲਾ ਉਹ ਕੱਢ ਕੇ ਹੀ ਜਾਵਾਂਗੇ ਘਰ ਨੂੰ, ਇਦਾਂ ਨਹੀਂ ਜਾਂਦੇ। ਕਿਆ ਮੈਂ ਆਪਣੇ ਹੱਕ ਨਹੀਂ ਮੰਗ ਸਕਦਾ? ਹੱਕ ਮੰਗੀਏ ਤੇ ਅਸੀਂ ਆਤੰਕਵਾਦੀ ਹੋ ਗਏ। 15 ਲੱਖ ਆ ਗਿਆ ਸਾਰਾ ਦੇ ਅਕਾਊਂਟ 'ਚ। ਮੈਂ ਤੇ ਆਪਣੇ ਪ੍ਰਧਾਨ ਮੰਤਰੀ ਸਾਹਿਬ ਕੋ ਉਹ ਚੀਜ਼ਾਂ ਯਾਦ ਦਿਵਾਉਣਾ ਚਾਹੁੰਦਾ, ਕਾਲਾ ਧਨ ਵਿਦੇਸ਼ਾਂ ਤੋਂ ਲੈ ਕੇ ਆਣਾ। ਕਿੱਥੇ ਆ ਉਹ ਵਿਦੇਸ਼ਾਂ ਦਾ ਕਾਲਾ ਧਨ? ਆ ਕਿਸਾਨ ਜੇ ਆਪਣਾ ਹੱਕ ਮੰਗਦਾ ਹੈ, MSP ਦੀ ਗੱਲ ਕਰਦਾ ਹੈ ਤੇ ਤੁਸੀਂ ਕਹਿੰਦੇ ਹੋ MSP ਹੈ ਤੇ ਗਰੰਟੀ ਕਰੋ, ਲਿਖੋ ਉਹਨਾਂ ਦੇ 'ਚ MSP ਹੈਗੀ ਹੈ। ਦੋ ਕਿਸਾਨ ਨਾਲ ਟਕਰਾਏਗਾ, ਦੋ ਕਿਸਾਨ ਨਾਲ ਟਕਰਾਏਗਾ। ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਪ੍ਰੋਗਰਾਮ ਚੱਜ ਦਾ ਵਿਚਾਰ ਲੈ ਕੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹਾਂ। ਮੈਂ ਹਾਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟੈਣਾ ਜੀ। ਸਤਿ ਸ਼੍ਰੀ ਅਕਾਲ ਟੈਣਾ ਸਾਹਿਬ। ਪ੍ਰੋਗਰਾਮ ਚਾਹੇ ਅਸੀਂ ਹਰ ਰੋਜ਼ ਲੈ ਕੇ ਹਾਜ਼ਰ ਹੁੰਨੇ ਆ, ਪਰ ਇਹੋ ਜਿਹਾ ਪ੍ਰੋਗਰਾਮ ਪਹਿਲੀ ਵਾਰ ਲੈ ਕੇ ਆ ਰਹੇ ਹਾਂ। ਬਿਲਕੁਲ ਹਰਮਨ ਜੀ, ਗੱਲ ਇਹ ਆ ਕਿ ਇਹੋ ਜਿਹਾ ਅੰਦੋਲਨ ਵੀ ਪਹਿਲੀ ਵਾਰ ਦੇਖਣ ਨੂੰ ਮਿਲਿਆ ਜੀ। ਮੈਂ ਥੋੜਾ ਜਿਹਾ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ, 1988 ਦੇ ਵਿੱਚ ਸਿੰਘੂ ਬਾਰਡਰ ਦੇ ਉੱਤੇ ਮਹਿੰਦਰ ਸਿੰਘ ਟਕੈਤ ਜਿਹੜੇ ਕਿ ਉੱਤਰ ਪ੍ਰਦੇਸ਼ ਦੇ ਕਿਸਾਨ ਨੇਤਾ ਸੀਗੇ ਤੇ ਉਹਨਾਂ ਦੇ ਵੱਲੋਂ 5 ਲੱਖ ਕਿਸਾਨਾਂ ਦੇ ਨਾਲ ਇੱਥੇ ਲਿਆਂਦਾ ਗਿਆ ਸੀਗਾ ਕਾਫਲਾ ਤੇ ਉਹਨਾਂ ਨੇ ਇੱਥੇ ਅੰਦੋਲਨ ਸ਼ੁਰੂ ਕੀਤਾ ਸੀਗਾ। ਲਗਭਗ 32 ਸਾਲਾਂ ਬਾਅਦ ਉਹੋ ਜਿਹਾ ਮਾਹੌਲ ਫਿਰ ਦੇਖਣ ਨੂੰ ਮਿਲਿਆ। ਪੰਜਾਬ ਦੇ ਤੇ ਹਰਿਆਣੇ ਦੇ ਕਿਸਾਨ ਆ ਜਿਹੜੇ ਉਹ ਨਿੱਠ ਕੇ ਆਏ ਹੈਗੇ ਆ, ਸੋ ਸਲਾਮ ਕਰਨੀ ਬਣਦੀ ਆ। ਦੁਨੀਆ ਭਰ ਦੇ ਵਿੱਚ ਚਰਚਾ ਜਿਹੜੀ ਉਹ ਇਸ ਅੰਦੋਲਨ ਦੀ ਹੋਈ ਆ ਤੇ ਹੋਣੀ ਵੀ ਚਾਹੀਦੀ ਆ ਤੇ ਸਰਕਾਰਾਂ ਨੂੰ ਝੁਕਣਾ ਵੀ ਚਾਹੀਦਾ ਤੇ ਝੁਕਦੀਆਂ ਰਹੀਆਂ ਵੀ ਆ ਤੇ ਇਹ ਪਤਾ ਨਹੀਂ ਕਿਉਂ ਨਹੀਂ ਹਾਲੇ ਤੱਕ ਝੁਕੀ ਜੀ। ਔਰ ਸਭ ਤੋਂ ਵੱਡੀ ਚੀਜ਼ ਜਿਹੜੀ ਉਹ ਹੈ ਟਾਣਾ ਸਾਹਿਬ, ਜਿਹੜੀ ਇੱਥੇ ਦੇਖਣ ਨੂੰ ਮਿਲੀ ਹੈ ਕਿ ਅਕਸਰ ਅਸੀਂ ਵੇਖਦੇ ਹਾਂ ਅੰਦੋਲਨ ਬਹੁਤ ਸਾਰੇ ਸ਼ੁਰੂ ਹੋਏ, ਪਰ ਉਹ ਜਦੋਂ ਸ਼ੁਰੂਆਤ ਹੁੰਦੀ ਹੈ ਉਦੋਂ ਜੋਸ਼ ਹੋਰ ਤਰ੍ਹਾਂ ਦਾ ਹੁੰਦਾ ਤੇ ਅੱਗੇ ਜਿਵੇਂ ਜਿਵੇਂ ਦਿਨ ਵੱਧਦੇ ਰਹਿੰਦੇ ਨੇ ਜੋਸ਼ ਜਿਹੜਾ ਹੈ ਉਹ ਮੱਠਾ ਪੈਂਦਾ ਜਾਂਦਾ ਹੈ। ਪਰ ਇਸ ਅੰਦੋਲਨ ਦੇ ਵਿੱਚ ਇਹ ਚੀਜ਼ ਬਿਲਕੁਲ ਵੇਖਣ ਨੂੰ ਨਹੀਂ ਮਿਲੀ। ਜਿੱਦਾਂ ਦਾ ਜੋਸ਼ ਪਹਿਲੇ ਦਿਨ ਸੀ, ਪਹਿਲੇ ਮਿੰਟ ਤੇ ਸੀ, ਉਹੋ ਜਿਹਾ ਹੀ ਜੋਸ਼ ਅੱਜ ਵੀ ਬਰਕਰਾਰ ਹੈ। ਉਨਾ ਹੀ ਲੋਕਾਂ ਦੇ ਚਿਹਰਿਆਂ ਦੇ ਉੱਪਰ ਕਹਿ ਲਓ ਵੀ ਦੇਖਣ ਨੂੰ ਮਿਲ ਰਿਹਾ ਜੋ ਉਹਨਾਂ ਦੇ ਮਨਾਂ ਦੇ ਅੰਦਰ ਚੱਲ ਰਿਹਾ ਇਸ ਵੇਲੇ। ਸੋ ਇਹ ਸਾਰਾ ਕੁਝ ਵੇਖ ਕੇ ਵੀ ਮਨ ਦੇ ਵਿੱਚ ਕਿਤੇ ਨਾ ਕਿਤੇ ਸੰਤੁਸ਼ਟੀ ਵੀ ਹੁੰਦੀ ਹੈ ਵੀ ਅਸੀਂ ਹਾਲੇ ਵੀ ਹੱਕ ਲੈਣੇ ਜਾਣਦੇ ਹਾਂ। ਬਿਲਕੁਲ ਹਰਮਨ ਜੀ, ਇੱਕ ਹੋਰ ਗੱਲ ਆ ਵੀ ਜਿਵੇਂ ਨਾ ਬਾਰਡਰ ਦੇ ਉੱਤੇ, ਸਰਹੱਦ ਦੇ ਉੱਤੇ ਫੌਜੀ ਲੜਾਈ ਲੜਦੇ ਆਪਣੇ ਟੈਂਕ ਲਿਜਾ ਕੇ, ਇਸ ਵਕਤ ਕਿਸਾਨਾਂ ਨੇ ਤੇ ਮਜ਼ਦੂਰਾਂ ਨੇ ਆਪਣੀਆਂ ਟਰਾਲੀਆਂ ਟੈਂਕ ਬਣਾ ਕੇ ਇੱਥੇ ਲਾਈਆਂ ਹੋਈਆਂ। ਗੱਲ ਕੁੰਡਲੀ ਦੀ ਕਰਗੇ, ਗੱਲ ਅਸੀਂ ਬਹਾਦਰਗੜ੍ਹ ਦੇ ਬਾਰਡਰ ਦੀ ਕਰਗੇ, ਗੱਲ ਟਿਕਰੀ ਦੀ ਕਰਗੇ ਜਾਂ ਕਿਹੜੇ ਮਰਜ਼ੀ ਬਾਰਡਰ ਦੀ ਕਰ ਲਈਏ, ਉੱਥੇ ਦੇਖ ਕੇ ਇਕੱਠ, ਦੇਖ ਕੇ ਸਮੂਹਕਤਾ, ਦੇਖ ਕੇ ਏਕਤਾ, ਮਨ ਸਰਸ਼ਾਰ ਹੁੰਦਾ ਵੀ ਅਸੀਂ ਹਾਲੇ ਵੀ ਇੱਕ ਜਿਹੜੀ ਤੰਦਰ ਦੇ ਵਿੱਚ ਪੁਰਨੇ ਆ। ਹੁਣ ਤੱਕ ਕਹਿੰਦੇ ਸੀਗੇ ਦਿੱਲੀ ਵਾਲੇ ਜਾਂ ਫਿਲਮਾਂ ਵਾਲੇ ਵੀ ਇਹ ਉੜਤਾ ਪੰਜਾਬ ਵਾਲੇ ਆ, ਆਹ ਦੇਖ ਲਓ ਹੁਣ ਉੜਤਾ ਦਿੱਲੀ ਵੀ ਬਣੀ ਪਈ ਆ। ਹੁਣ ਦੱਸੋ ਵੀ ਇਹਦਾ ਕੀ ਉੱਤਰ ਦੇਣਾ? ਹੁਣ ਤੱਕ ਤੁਸੀਂ ਇਹ ਗੱਲ ਕਹਿੰਦੇ ਸੀਗੇ ਵੀ ਪੰਜਾਬ ਦਾ ਧੂਆਂ ਜਿਹੜਾ ਤੇ ਉਹ ਦਿੱਲੀ ਦੇ ਵਿੱਚ ਪਰੇਸ਼ਾਨੀ ਪੈਦਾ ਕਰਦਾ, ਉਹਦੇ ਪਿੱਛੇ ਵੀ ਸਰਕਾਰਾਂ ਜ਼ਿੰਮੇਵਾਰ ਆ ਧੂਆਂ ਕੱਢਣ ਵਾਲੇ ਵੀ ਆਏ ਬੈਠੇ। ਹੁਣ ਦੱਸੋ ਕੀ ਉੱਤਰ ਦੇਣਾ? ਬਿਲਕੁਲ, ਤੁਸੀਂ ਕੁੰਡਲੀ ਦੀ ਗੱਲ ਕੀਤੀ ਆ, ਕੁੰਡਲਾਂ ਵਾਲੀ ਨੂੰ ਵੀ ਪਤਾ ਲੱਗ ਗਿਆ ਹੁਣ ਤਾਂ ਵੀ ਕਿਸਾਨ ਮੋਹਰੇ
ਕਿਵੇਂ ਗਲਤ ਗੱਲ ਦੇ ਅਗੇਂਸਟ ਖੜੇ ਹੁੰਦੇ ਨੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਸੇ ਅੰਦੋਲਨ ਦਾ ਹਿੱਸਾ ਬਣੀਆਂ ਨੇ ਤੇ ਅੱਜ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜੋ ਅਸਲ ਸੱਚਾਈ ਹੈ, ਜੋ ਜ਼ਮੀਨੀ ਹਕੀਕਤ ਹੈ, ਉਹ ਤੁਹਾਡੇ ਸਾਰਿਆਂ ਤੱਕ ਜ਼ਰੂਰ ਅਸੀਂ ਲੈ ਕੇ ਆਈਏ। ਸੋ ਉਸੇ ਤਹਿਤ ਹੁਣ ਆਪਾਂ ਟਾਣਾ ਸਾਹਿਬ ਦੀ ਗੱਲਬਾਤ ਵੀ ਜ਼ਰੂਰ ਆਪਾਂ ਗੱਲਬਾਤ ਵੀ ਕਰਨੀ ਹੈ ਤੇ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਤੋਂ ਬਹੁਤ ਹੀ ਜਿਹੜੇ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀ ਆ ਉਹਨਾਂ ਨੂੰ ਆਸ ਆ ਤੇ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਵੀ ਉਹ ਸਾਡੇ ਕੋਲੋਂ ਆਸ ਕਰਦੇ ਆ ਤੇ ਸਾਡੇ ਇਹ ਫਰਜ਼ ਬਣਦਾ, ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਉਮੀਦ ਦੇ ਉੱਤੇ ਖਰੇ ਉਤਰ ਗਏ। ਅੱਜ ਜਿੰਨੇ ਤੁਸੀਂ ਆਲੇ ਦੁਆਲੇ ਭੈਣ ਭਰਾ ਦੇਖਦੇ ਹੋ, ਇਹ ਸਾਰੇ ਪ੍ਰਾਈਮ ਏਸ਼ੀਆ ਦੇ ਸ਼ੁਭ ਚਿੰਤਕ ਆ ਤੇ ਆਪਣੇ ਮੋਬਾਈਲਾਂ ਦੇ ਉੱਤੇ ਆਪਣੀ ਗੱਲਬਾਤ ਰਿਕਾਰਡ ਕਰ ਰਹੇ ਆ। ਤੁਹਾਡੀਆਂ ਉਮੀਦਾਂ ਨੂੰ ਅਸੀਂ ਟੁੱਟਣ ਨਹੀਂ ਦਿੰਦੇ, ਇਸ ਗੱਲ ਦਾ ਅਸੀਂ ਵਾਅਦਾ ਕਰਦੇ ਹਾਂ। ਬਾਈ ਜੀ ਇਹ ਦੱਸੋ ਵੀ ਕਿੰਨੇ ਦਿਨਾਂ ਤੋਂ ਤੁਸੀਂ ਇਸ ਥਾਂ ਦੇ ਉੱਤੇ ਆ ਕੇ ਖੜੇ ਆ, ਕਿੰਨੇ ਦਿਨਾਂ ਤੋਂ ਡਟੇ ਹੋਏ ਆ ਫੌਜੀ ਬਣ ਕੇ? ਅਸੀਂ ਮੇਰੇ ਚਾਚਾ ਜੀ ਉਹਨੂੰ 26 ਤਰੀਕ ਤੇ ਆ ਟਰਾਲੀ ਆ ਜੀ ਆਪਣੀ 26 ਤਰੀਕ ਤੇ ਅਸੀਂ ਇੱਥੇ ਹੀ ਆ ਜੀ। ਜਦੋਂ ਦੇ ਜਾਣੀ ਬੈਰੀਅਰ ਕੇਡ ਬਾਰਡਰ ਤੋੜ ਕੇ ਜਾਣੀ ਜੱਦੇ ਕਿਸਾਨ ਤੁਰੇ ਹੋਏ ਨੇ ਆਪਣੇ ਜ਼ਿਮੀਂਦਾਰ, ਉਹਨਾਂ ਦੇ ਨਾਲ ਆਏ ਜੱਦੇ ਇੱਥੇ ਹੀ ਆ ਸੀ। ਬਾਈ ਜੀ ਇਹ ਦੱਸੋ ਕਿ ਜਿਹੜੇ ਕੇਂਦਰ ਦੇ ਹੈਗੇ ਨਾ ਵਿੱਚ ਮੰਤਰੀ, ਉਹ ਕਹਿੰਦੇ ਵੀ ਪੰਜਾਬ ਦੇ ਕਿਸਾਨ, ਦੇਸ਼ ਦੇ ਕਿਸਾਨ ਗੁੰਮਰਾਹ ਹੋ ਗਏ, ਇਹ ਨਾ ਕਿਸੇ ਦੇ ਟੇਟੇ ਚੜ ਗਏ, ਇਹਨਾਂ ਨੂੰ ਪਤਾ ਨਹੀਂਗਾ ਵੀ ਹਕੀਕਤ ਕੀ ਆ। ਅਸੀਂ ਤਾਂ ਆਮਦਨ ਦੁੱਗਣੀ ਕਰਨੀ ਚਾਹੁੰਦੇ ਆ, ਲੱਗਦਾ ਵੀ ਦੁੱਗਣੀ ਹੁੰਦੀ ਐਦਾਂ ਇੰਨੇ ਸਕੇ ਹੈਗੇ ਆਪਣੇ ਉਹ? ਨਹੀਂ ਸਰ, ਇਹ ਬਿਲਕੁਲ ਝੂਠੀਆਂ ਹਵਾਵਾਂ ਨੇ, ਇਹਦੇ ਨਾਲ ਕਿਸੇ ਦਾ ਵੀ ਕੋਈ ਵੀ ਨਹੀਂ ਹੈ। ਜਿੱਦਾਂ ਤੁਹਾਨੂੰ ਸਾਰੀ ਜਥੇਬੰਦੀਆਂ ਦੇ ਆਗੂ ਦੱਸ ਰਹੇ ਆ ਕਿ ਇਹ ਜਿਹੜੇ ਕਾਨੂੰਨ ਹੈ ਤਿੰਨੋਂ, ਇਹ ਬਿਲਕੁਲ ਕਿਸਾਨ ਵਿਰੋਧੀ ਆ, ਜਾਂ ਕਹਿ ਸਕਦੇ ਆਪਾਂ ਹਰ ਇੱਕ ਇਨਸਾਨ ਦੇ ਵਿਰੋਧੀ ਆ, ਜਿੰਨੇ ਵੀ ਆਪਾਂ ਦੇਸ਼ ਵਾਸੀ ਆ, ਕਿਉਂਕਿ ਉਹਨਾਂ ਨੇ ਸਾਡੇ ਤੋਂ ਸਸਤੀ ਚੀਜ਼ ਖਰੀਦਣੀ ਹੈ ਤੇ ਸਾਨੂੰ ਮਹਿੰਗੇ ਭਾਵਾਂ ਤੇ ਹਨਾ ਦੇਣੀ ਆ। ਤੇ ਉਹ ਇਸ ਕਹਿ ਸਕਦੇ ਬਿਲਕੁਲ ਮਜ਼ਦੂਰ ਵਰਗ ਲੈ ਲਈਏ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜਾਤ ਲੈ ਲਈਏ, ਇਹ ਹਰ ਇੱਕ ਦੇ ਲਈ ਹਨਾ ਉਹਨਾਂ ਨੂੰ ਮਹਿੰਗਾਈ ਮਿਲੂਗੀ ਤੇ ਮਹਿੰਗਾਈ ਅੱਗੇ ਨਾਲੋਂ ਵਧੂਗੀ। ਤੁਸੀਂ ਦੇਖਿਆ ਹੀ ਆ ਜਿੱਦਾਂ ਪਹਿਲਾਂ ਵੀ ਉਹਨਾਂ ਨੇ ਇਹ ਲੋਕਡਾਊਨ ਦੇ ਵਿੱਚ ਵੀ ਕੀਤੀਆਂ ਇਹ ਚੀਜ਼ਾਂ, ਕਰੋਨਾ ਦਾ ਡਰਾਮਾ ਕਰਕੇ ਸਾਰਾ ਕੁਝ ਉਹਨਾਂ ਨੇ ਨਾ ਸਾਨੂੰ ਇੱਕ ਸਿਰ ਗੁੰਮਰਾਹ ਕਰ ਰਹੀਆਂ ਸਰਕਾਰਾਂ। ਤੇ ਹਨਾ ਇਹ ਵੀ ਇੱਕ ਇਸੇ ਤਰ੍ਹਾਂ ਦਾ ਕਾਨੂੰਨ ਹੈ ਤੇ ਅਸੀਂ ਤਾਂ ਡਟ ਕੇ ਵਿਰੋਧ ਕਰਦੇ ਹਾਂ ਤੇ ਅਸੀਂ ਇਸ ਤੇ ਜਿੱਤ ਪ੍ਰਾਪਤ ਕਰਾਂਗੇ। ਤੇ ਤੁਸੀਂ ਦੇਖਦੇ ਆ ਕਿ ਨੌਜਵਾਨ ਯੂਥ ਆ ਜਿਹੜਾ ਬਹੁਤ ਅੱਗੇ ਵੱਧ ਕੇ ਅੱਗੇ ਆਇਆ। ਜਦੋਂ ਯੂਥ ਅੱਗੇ ਆਉਂਦਾ ਹੈ ਤੇ ਸਰਕਾਰਾਂ ਨੂੰ ਝੁਕਣਾ ਹੀ ਪੈਂਦਾ ਹੈ ਤੇ ਉਹ ਜ਼ਰੂਰ ਝੁਕੂਗੇ, ਸਾਨੂੰ ਆਸ ਹੈ। ਤੇ ਕਿਸਾਨ ਏਕਤਾ ਜਿੰਦਾਬਾਦ ਹੈ ਤੇ ਜਿੰਦਾਬਾਦ ਰਹੂਗਾ ਜੀ। ਹਰਮਨ ਜੀ, ਮੈਂ ਨਾ ਪਹਿਲੀ ਵਾਰ ਇਹ ਦੇਖ ਰਿਹਾ ਵੀ ਕੋਈ ਘਰ ਦੇ ਵਿੱਚ ਆ ਕੇ ਇਹ ਗੱਲ ਕਹਿ ਰਿਹਾ ਕਿ ਸਾਨੂੰ ਤੁਹਾਡੇ ਵੱਲੋਂ ਦਿੱਤੀ ਗਈ ਚੀਜ਼ ਪਸੰਦ ਨਹੀਂ, ਇਹ ਵਾਪਸ ਲੈ ਲਓ, ਫਾਇਦੇ ਨਹੀਂ ਚਾਹੀਦੇ, ਸਾਨੂੰ ਨਹੀਂ ਇਹ ਫਾਇਦਾ ਚਾਹੀਦਾ, ਅਸੀਂ ਜਿਵੇਂ ਹੈਗੇ ਆ ਉਵੇਂ ਠੀਕ ਆ। ਜਾਂ ਫਿਰ ਤੁਸੀਂ ਸਵਾਮੀਨਾਥਨ ਰਿਪੋਰਟ ਜਿਹੜੀ ਕਿ ਲਾਗੂ ਕਰਨ ਦੀ ਗੱਲ 14 ਦੇ ਵਿੱਚ ਕੀਤੀ ਸੀ ਉਹ ਕਰ ਦਿਓ। ਜੇ ਇੰਨੀ ਸਕੇ ਆ, ਘਰ ਦੇ ਵਿੱਚ ਬੰਦੇ ਚੀਜ਼ ਮੋੜਨਾ ਇਹ ਕਹਿੰਦੇ ਆਪਾਂ ਨਹੀਂ ਲੈਂਦੇ ਹੁੰਦੇ, ਆਪਾਂ ਦੇਤੀ ਤਾਂ ਦੇਤੀ, ਇਉਂ ਚੱਲਣਾ ਨਹੀਂਗਾ। ਨਹੀਂ, ਇੰਨੀ ਦਰਿਆ ਦਿਲੀ ਇੱਕਦਮ ਇਹਨਾਂ ਦੇ ਅੰਦਰ ਕਿਵੇਂ ਆ ਗਈ ਕਿਸਾਨਾਂ ਦੇ ਪ੍ਰਤੀ ਜਾਂ ਆਮ ਲੋਕਾਂ ਦੇ ਪ੍ਰਤੀ? ਸਭ ਤੋਂ ਵੱਡਾ ਤਾਂ ਸਵਾਲ ਹੀ ਹੈ, ਕਿਉਂਕਿ ਹੁਣ ਤੱਕ ਤਾਂ ਅਸੀਂ ਮਾਲਿਆ ਵਰਗਿਆਂ ਨੂੰ, ਹੁਣ ਤੱਕ ਅਸੀਂ ਬਾਕੀਆਂ ਨੂੰ ਤਾਂ ਭੱਜਦੇ ਵੇਖਿਆ ਸੀ ਇੱਥੋਂ ਕਰੋੜਾਂ ਰੁਪਈਆ ਲੈ ਕੇ, ਪਰ ਇਹ ਕਿਸਾਨਾਂ ਦੇ ਕਦੋਂ ਤੋਂ ਸਕੇ ਹੋ ਗਏ? ਇਹ ਸਭ ਤੋਂ ਵੱਡਾ ਸਵਾਲਾਂ ਦਾ ਸਵਾਲ ਹੈ। ਬਿਲਕੁਲ, ਆਪਾਂ ਨਾ ਸਾਰੇ ਸਾਥੀਆਂ ਦੇ ਨਾਲ ਸੰਖੇਪ ਦੇ ਵਿੱਚ ਗੱਲਬਾਤ ਕਰਨੀ ਆ ਵੀ ਉਹ ਚਾਹੁੰਦੇ ਕੀ ਆ। ਦੇਸ਼ ਦੁਨੀਆ ਦੇ ਵਿੱਚ ਜਿਹੜੇ ਪੰਜਾਬੀ ਵਸਦੇ ਆ, ਉਹਨਾਂ ਦੀ ਇੱਛਾ ਕਿ ਅਸੀਂ ਇੱਥੇ ਆ ਕੇ ਭਾਵੇਂ 2-2 ਮਿੰਟ ਦੀ 1-1 ਮਿੰਟ ਦੇ ਵਿਚਾਰ ਕਿਸੇ ਦੇ ਲੱਗੇ, ਪਰ ਲੱਗੇ ਜ਼ਰੂਰ। ਹਾਂਜੀ ਜੀ, ਹਾਂਜੀ, ਇਹ ਮੋਦੀ ਸਰਕਾਰ ਨੂੰ ਚਾਹੀਦਾ ਵੀ ਇੰਨੇ ਕਿਸਾਨ ਇਕੱਠੇ ਹੋ ਕੇ ਆਏ ਆ ਪੂਰੇ ਇੰਡੀਆ ਦੇ ਵਿੱਚੋਂ, ਇਹਨਾਂ ਨੂੰ ਚਾਹੀਦਾ ਬਿੱਲ ਵਾਪਸ ਲੈਣ, ਜੋ ਇਹਨਾਂ ਦੀ ਮੰਗ ਆ ਉਹਨੂੰ ਸਹੀ, ਜਿਹੜਾ ਕਾਨੂੰਨ ਸਹੀ ਉਹਨੂੰ ਕਰਨ। ਤੁਸੀਂ ਦੱਸਣਾ ਚਾਹੋਗੇ ਬਾਈ ਜੀ ਕਿਹੜੀ ਪਾਰਟੀ ਨਾਲ ਜੁੜੇ ਹੋਏ ਆ, ਜੇਕਰ ਦੱਸਣਾ ਚਾਹੋ ਤਾਂ? ਨਹੀਂ ਜੀ, ਆਪਾਂ ਤਾਂ ਨਿਊਟਰਲ, ਆਪਾਂ ਤੇ ਸਾਰੇ ਕਿਸਾਨ, ਸਾਰੇ ਜਥੇਬੰਦੀਆਂ ਦੇ ਨਾਲ ਆਪਾਂ ਨੂੰ ਫੁੱਲ ਸਪੋਰਟ ਆ। ਬਾਕੀ ਮੈਂ ਸਰਕਾਰਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਦੇਖੋ, ਜਦੋਂ ਲੋਕਾਂ ਦੀ ਭਾਵਨਾ ਜੇ ਉਹਦਾ ਸਤਿਕਾਰ ਨਹੀਂ ਕਰਾਂਗੇ ਤੇ ਬਹੁਤ ਖਤਰੇ ਵਾਲੀ ਗੱਲ ਹੋਊਗੀ। ਜੇ ਆਪਾਂ ਫ੍ਰੈਂਚ ਰੈਵੋਲੂਸ਼ਨ, ਰਸ਼ੀਅਨ ਰੈਵੋਲੂਸ਼ਨ, ਚਾਈਨੀਜ਼ ਰੈਵੋਲੂਸ਼ਨ ਜੇ ਆਪਾਂ ਗੱਲਾਂ ਧਿਆਨ 'ਚ ਰੱਖਾਂਗੇ ਤੇ ਲੋਕਾਂ ਨੇ ਤਖਤ ਨੂੰ ਪਲਟਾਉਂਦਿਆਂ ਕੋਈ ਟਾਈਮ ਨਹੀਂ ਲਾਇਆ। ਇਹ ਗੱਲਾਂ ਸਰਕਾਰ ਨੂੰ ਚੰਗੀ ਤਰ੍ਹਾਂ ਸਮਝ ਲੈਣੀਆਂ ਚਾਹੀਦੀਆਂ। ਇਹ ਸਵਾਲ ਮੈਂ ਇਸ ਕਰਕੇ ਪੁੱਛਿਆ ਸੀ ਵੀ ਤੁਸੀਂ ਕਿਹੜੀ ਪਾਰਟੀ ਨਾਲ ਜੁੜੇ ਹੋਏ ਆ, ਕਿਉਂਕਿ ਹੁਕਮਰਾਨ ਇਹ ਗੱਲ ਕਹਿੰਦੇ ਆ ਵੀ ਕਾਂਗਰਸ ਦੇ ਚੱਕੇ ਹੋਏ ਆਏ ਆ। ਦੇਖੋ ਜੀ, ਅਸੀਂ ਸਾਡੇ ਜਦੋਂ ਹੱਕ ਖੋਏ ਆ, ਅਸੀਂ ਕਿਸੇ ਪਾਰਟੀ ਨਾਲ ਨਹੀਂ ਗਏ। ਸਾਡੇ ਘਰ ਦੇ ਖੇਤੀ ਕਰਦੇ ਆ, ਮੈਂ ਚੰਡੀਗੜ੍ਹ ਐਡਵੋਕੇਟ ਆ, ਅਸੀਂ ਆਪਣੀ ਮਰਜ਼ੀ ਨਾਲ ਆਏ ਆ। ਜਦੋਂ ਸਾਨੂੰ ਪੀੜ ਹੋਈ ਆਪਣੀ ਅੰਦਰੋਂ, ਕਿਸੇ ਦੇ ਕਹਿਣ ਤੇ, ਕਿਸੇ ਦੇ ਚੱਕਣ ਤੇ ਜਾਂ ਕਿਸੇ ਦੇ ਸਮਝਾਉਣ ਤੇ ਨਹੀਂ ਆਏ। ਵੀਰ ਜੀ, ਇਹ ਬਹੁਤ ਚੰਗਾ ਕੀਤਾ ਕਿ ਤੁਸੀਂ ਦੱਸਤਾ, ਤੁਸੀਂ ਵਕੀਲ ਹੋ, ਕਿਉਂਕਿ ਹੁਣ ਤਾਂ ਹੀ ਹੁਕਮਰਾਨ ਇਹੀ ਕਹਿੰਦੇ ਆਏ ਨੇ ਵੀ ਕਿਸਾਨਾਂ ਨੂੰ ਕੋਈ ਪੜ੍ਹਿਆ ਲਿਖਿਆ ਸਮਝਾਵੇ ਤਾਂ ਸ਼ਾਇਦ ਇਹ ਖੇਤੀ ਕਾਨੂੰਨ ਸਮਝ ਜਾਣਗੇ, ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇੱਥੇ PhD ਕੀਤੇ ਹੋਏ ਵੀ ਬੈਠੇ ਨੇ, ਇੱਥੇ ਵਕੀਲ ਵੀ ਬੈਠੇ ਨੇ, ਇੱਥੇ ਬਾਕੀ ਵੀ ਬੈਠੇ ਨੇ। ਪਰ ਇੱਕ ਸਵਾਲਾਂ ਦਾ ਸਵਾਲ ਇਹ ਹੈ ਵੀ ਅੱਗੇ ਪਿੰਡਾਂ ਦੇ ਵਿੱਚ ਪੱਤੀਆਂ ਦੀਆਂ ਲੜਾਈਆਂ ਸੀ, ਅੱਗੇ ਪਿੰਡਾਂ ਦੇ ਵਿੱਚ ਅਸੀਂ ਪਾਰਟੀਆਂ ਦੇ ਸਿਰਾਂ ਤੇ ਲੋਕਾਂ ਨੂੰ ਲੜਦਿਆਂ ਵੇਖਿਆ, ਭਰਾਵਾਂ ਨੂੰ ਲੜਦਿਆਂ ਵੇਖਿਆ, ਪਰ ਜਿਹੜਾ ਏਕਾ ਜਿੱਥੇ ਵੇਖਿਆ, ਕੀ ਲੱਗਦਾ ਇਹ ਏਕਾ ਸਦਾ ਹੀ ਬਰਕਰਾਰ ਰਹੇਗਾ ਜਾਂ ਫਿਰ ਤੋਂ ਇਹ ਸਾਨੂੰ ਵੰਡਣਗੇ? ਦੇਖੋ ਜੀ, ਏਕਾ ਇਹ ਹਮੇਸ਼ਾ ਹੀ ਬਰਕਰਾਰ ਸੀ। ਦੇਖੋ, ਸਾਨੂੰ ਪਾਣੀਆਂ ਦੇ ਨਾਂ ਤੇ ਕਿੰਨਾ ਲੜਾਇਆ ਗਿਆ। ਦੇਖੋ, ਪੰਜਾਬ ਤੇ ਹਰਿਆਣਾ ਜਦੋਂ ਅਲੱਗ ਹੋਇਆ, ਕੌਣ ਚਾਹੁੰਦਾ ਸੀ? ਅਸੀਂ ਆਮ ਲੋਕੇ ਤਾਂ ਕਦੇ ਨਹੀਂ ਚਾਹੁੰਦੇ ਅਸੀਂ ਅਲੱਗ ਹੋਈਏ। ਜਾਣ ਬੁੱਝ ਕੇ ਸਾਰਾ ਕੁਝ ਕਰਕੇ ਸਾਨੂੰ ਅੱਡ ਕੀਤਾ ਗਿਆ। ਦੇਖੋ, ਅਸੀਂ ਹਮੇਸ਼ਾ ਏਕਾ, ਤੇ ਕਿਸਾਨ ਸਾਰੇ ਭਾਰਤ ਦਾ ਅੱਜ ਏਕਾ
ਸਾਨੂੰ ਜੇ ਐਡਵੋਕੇਟ 'ਚ ਅਸੀਂ ਗੱਲ ਕਰੀਏ ਤਾਂ ਸਾਨੂੰ ਸਾਰੀਆਂ ਸਟੇਟਸ ਤੋਂ ਮੇਰੇ ਦੋਸਤਾਂ ਮਿੱਤਰਾਂ ਦੇ ਫੋਨ ਆਉਂਦੇ ਆ ਵੀ ਅਸੀਂ ਤੁਹਾਡੇ ਨਾਲ ਆ, ਅਸੀਂ ਪੰਜਾਬ ਦੇ ਤੁਹਾਡੇ ਨਾਲ ਆ ਤੇ ਅਸੀਂ ਵੀ ਆ ਰਹੇ ਹਾਂ ਸਪੋਰਟ ਕਰਨ ਲਈ, ਮੋਰਲੀ, ਫਾਈਨੈਂਸ਼ੀਅਲੀ, ਇਕਨੋਮਿਕਲੀ, ਹਰ ਤਰੀਕੇ ਨਾਲ। ਬਾਈ ਜੀ ਇਹ ਦੱਸੋ ਤੁਸੀਂ ਕਿ ਕਿੰਨੀਆਂ ਟਰਾਲੀਆਂ ਲੈ ਕੇ ਆਏ ਹੋ ਤੇ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ? ਅਸੀਂ ਜੀ ਪਿੰਡ ਸਵੱਦੀ ਕਲਾਂ, ਜ਼ਿਲ੍ਹਾ ਲੁਧਿਆਣਾ ਤੇ ਵਾਸੀ ਆ ਜੀ। ਉੱਥੋਂ ਸਾਡੇ ਪਿੰਡੋਂ 2 ਟਰਾਲੀਆਂ ਆਈਆਂ ਹੋਈਆਂ ਜੀ। ਪਹਿਲਾਂ 26 ਤਰੀਕ ਤੋਂ ਟਰਾਲੀ, ਉਹ 7ਵੀਂ ਟਰਾਲੀ ਸੀਗੀ ਜਦੋਂ ਅਥਰੂ ਗਏ ਤੇ ਗੋਲੇ, ਬਾਅਦ ਚ ਬੈਕ ਆਇਆ, ਪਿੱਛੇ ਖੜੀ ਆ ਤੇ ਅਸੀਂ ਪਰਸੋਂ ਆਏ ਆ ਮੋਟਰਸਾਈਕਲਾਂ ਤੇ 6-7 ਮੁੰਡੇ। ਬਾਈ ਜੀ ਮੈਨੂੰ ਨਾ ਅੱਜ ਇੱਥੇ ਕਈ ਸੱਜਣਾਂ ਨੇ ਦੱਸਿਆ, ਆ ਹਰਮਨ ਜੀ ਦੇ ਨਾਲ ਵੀ ਗੱਲ ਕਰਦੇ ਸੀਗੇ ਵੀ ਜਦੋਂ ਬੈਰੀਕੇਡ ਪਰੇ ਕੀਤੇ ਆ ਨਾ ਧੱਕ ਕੇ, ਜਦੋਂ ਅਥਰੂ ਗੈਸ ਦੇ ਗੋਲੇ ਵੱਜੇ ਆ, ਉਹ ਅਸਲ ਦੇ ਵਿੱਚ ਫੌਜ ਨੇ ਵੀ ਕਿਸਾਨਾਂ ਦੀ ਮਦਦ ਕੀਤੀ ਆ ਸਿੱਧੇ ਜਾਂ ਅਸਿੱਧੇ ਤਰੀਕੇ ਦੇ ਨਾਲ। ਉਹ ਕਹਿੰਦੇ ਵੀ ਅਸੀਂ ਵੀ ਕਿਸਾਨ ਆ। ਇਹ ਗੱਲ ਉੜਦੀ ਫਿਰਦੀ ਮਿਲੀ ਆ ਜਾਂ ਇਹਦੇ ਵਿੱਚ ਸੱਚਾਈ ਵੀ ਹੋਊਗੀ? ਸਾਡੇ ਪਿੰਡ ਜਿਹੜੇ ਕਿਸਾਨ ਆ ਸੀ ਉਹਨਾਂ ਨੇ ਸਾਨੂੰ ਦੱਸਿਆ, ਕਹਿੰਦੇ ਅਸੀਂ ਗਿੱਲੀਆਂ ਭੂਰੀਆਂ ਉੱਤੇ ਉਹਨਾਂ ਦੇ ਕਰਕੇ ਸਿੱਟੀਆਂ। ਜਦੋਂ ਗਿੱਲੀ ਭੂਰੀ ਜਾਂ ਭੂਰਾ ਖੇਤ ਉੱਤੇ ਸਿੱਟ ਦਿੰਦੇ ਸੀ ਤਾਂ ਉਹ ਖਤਮ ਹੋ ਜਾਂਦਾ ਸੀ, ਤੇ ਨਹੀਂ ਤਾਂ ਉਹ ਫਿਰ ਬਹੁਤ ਜ਼ਿਆਦਾ ਅੱਖਾਂ ਮੱਚਦੀਆਂ ਸੀਗੀਆਂ ਜਦੋਂ ਫੜ ਜਾਂਦਾ ਸੀ। ਤੇ ਉਹ ਟਰਾਲੀ ਇੱਥੇ ਖੜੀ ਆ ਜੀ ਪਿੱਛੇ, ਤੇ ਉਹ ਬਾਅਦ ਚ ਟਰਾਲੀਆਂ ਨਵੀਆਂ ਮੂਹਰੇ ਲੱਗੀਆਂ ਕਿ ਪਹਿਲਾਂ ਇੱਥੇ ਬਹੁਤ ਉਹਨਾਂ ਦੇ ਅਥਰੂ ਗੈਸ ਦੇ ਗੋਲੇ ਸਿੱਟੇ। ਸਾਡੇ ਪਿੰਡ ਦੇ ਮੁੰਡਿਆਂ ਨੇ ਦੱਸਿਆ, ਅਸੀਂ ਬਾਅਦ ਚ ਆਏ ਹਾਂ ਜੀ। ਤੇ ਇਹ ਦੱਸੋ ਬਾਈ ਜੀ ਕਿ ਜਿਹੜਾ ਨਾ ਟਰਾਲੀਆਂ ਦੇ ਵਿੱਚ ਹੁਣ ਜਦੋਂ ਆਪਾਂ ਬੈਠੇ ਆ, ਹੋ ਸਕਦਾ ਵੀ ਪਿੰਡ ਦੇ ਵਿੱਚ ਪੱਤੀ ਦੇ ਵਿੱਚ ਕਿਸੇ ਦੀ ਇੱਕ ਦੂਜੇ ਨਾਲ ਨਾਂ ਵੀ ਬਣਦੀ ਹੋਵੇ। ਕਈ ਵਾਰੀ ਕੋਈ ਪੱਤੀ ਦਾ ਰੌਲਾ ਹੁੰਦਾ, ਕਈ ਵਾਰੀ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਦਾ ਰੌਲਾ ਹੁੰਦਾ, ਕਈ ਵਾਰ ਅਕਾਲੀ ਕਾਂਗਰਸੀ ਦਾ ਰੌਲਾ ਹੁੰਦਾ, ਕਈ ਵਾਰ ਵੀ ਤੁਹਾਡੇ ਘਰ ਦਾ ਪਾਣੀ ਸਾਡੀ ਗਲੀ ਦੇ ਮੂਹਰੇ ਕਿਉਂ ਆ ਜਾਂਦਾ। ਇਹ ਸਾਰਾ ਕੁਝ ਖਤਮ ਹੋ ਗਿਆ। ਟਰਾਲੀ ਦੇ ਵਿੱਚ ਬੈਠ ਕੇ ਇਹ ਗੱਲਬਾਤ ਕੀਤੀ ਵੀ ਯਾਰ ਐਵੇਂ ਆਪਾਂ ਕਹਿੰਦੇ ਰਹੇ ਵੀ ਆਪਾਂ ਵੱਟ ਤੂੰ ਮੇਰੀ ਵੱਧ ਖੁਰਚ ਲਈ, ਮੈਂ ਘੱਟ ਖੁਰਚੀ ਆ, ਕਿ ਸਾਰਾ ਕੁਝ ਹੈਗਾ ਉਵੇਂ? ਨਹੀਂ ਜੀ, ਹੁਣ ਇਹ ਗੱਲ ਦਾ ਕਾਫੀ ਫਰਕ ਪੈ ਚੁੱਕਾ ਹੈ। ਐਸਾ ਕੋਈ ਰੌਲਾ ਨਹੀਂਗਾ, ਕਿਉਂਕਿ ਜਦੋਂ ਵੱਡੇ ਸੰਘਰਸ਼ ਲੜੇ ਜਾਂਦੇ, ਵੱਡੀਆਂ ਲੜਾਈਆਂ ਲੜੀਆਂ ਜਾਂਦੀਆਂ, ਵੱਡੇ ਪੱਧਰ ਤੇ ਲੜੀਆਂ ਜਾਂਦੀਆਂ, ਫਿਰ ਛੋਟੀਆਂ ਲੜਾਈਆਂ ਕੋਈ ਮਾਇਨੇ ਨਹੀਂ ਰੱਖਦੀਆਂ, ਉਹਨਾਂ ਵੱਲ ਖਿਆਲ ਨਹੀਂ ਕੀਤਾ ਜਾਂਦਾ। ਫਿਰ ਸਿਰਫ ਵੱਡੀ ਜੰਗ ਵੱਲ ਹੀ ਖਿਆਲ ਕੀਤਾ ਜਾਂਦਾ ਹੈ, ਕਿਉਂਕਿ ਇਹ ਜੰਗ ਇਕੱਲੇ ਪੰਜਾਬ ਵਾਸਤੇ ਨਹੀਂ ਪੰਜਾਬੀ ਲੜ ਰਹੇ, ਪੂਰੇ ਭਾਰਤ ਵਾਸਤੇ ਹੀ ਲੜ ਰਹੇ ਆ। ਕਿਉਂਕਿ ਕਾਨੂੰਨ ਪੂਰੇ ਭਾਰਤ ਦੇਸ਼ ਲਈ ਬਣਿਆ, ਇਕੱਲੇ ਪੰਜਾਬ ਵਾਸਤੇ ਨਹੀਂ ਬਣਿਆ। ਪਰ ਸ਼ਾਬਾਸ਼ ਇਸ ਦੇਸ਼ ਦੇ ਪੰਜਾਬੀਆਂ ਨੂੰ, ਜਿਨ੍ਹਾਂ ਨੇ ਸਰਹੱਦਾਂ ਤੇ ਵੀ ਮੁਗਲਾਂ ਨੂੰ ਵੀ ਡੱਕਿਆ, ਅਬਦਾਲੀ ਨੂੰ ਵੀ ਡੱਕਿਆ, ਹੋਰਾਂ ਨੂੰ ਵੀ ਡੱਕਿਆ। 2000 ਸਾਲ ਮੁਗਲਾਂ ਨੇ ਇੱਥੇ ਰਾਜ ਕੀਤਾ, ਉਹਨਾਂ ਦੀਆਂ ਜੜ੍ਹਾਂ ਪੱਟੀਆਂ। ਤੇ ਇਹਨਾਂ ਨੂੰ ਇਸ ਗੱਲ ਨੂੰ ਧਿਆਨ ਵਿੱਚ ਰੱਖਦਾ ਹੋਇਆ ਇਹ ਕਾਨੂੰਨ ਜਿਹੜੇ ਵਾਪਸ ਲੈਣੇ ਚਾਹੀਦੇ ਆ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਜਾਂ ਵੱਟਾਂ ਦੇ ਜਾਂ ਉਹਨਾਂ ਵੱਲ ਖਿਆਲ ਹੈ। ਹੁਣ ਪੜ੍ਹੇ ਲਿਖੇ ਲੋਕ ਨੇ ਪੰਜਾਬੀ, ਮੈਂ ਚੰਗੀ ਤਰ੍ਹਾਂ ਇਸ ਤਰ੍ਹਾਂ ਜਾਣਦਾ ਹਾਂ ਕਿ ਹੁਣ ਜਿਹੜੇ ਕਿਸਾਨ ਹੈ ਨਾ, ਉਹ ਇਹਨਾਂ ਲੜਾਈਆਂ ਤੋਂ ਕਾਫੀ ਦੂਰ ਜਾ ਚੁੱਕੇ। ਮਤਲਬ ਤੁਸੀਂ ਇਹ ਮੰਨਦੇ ਹੋ ਕਿ ਇਸ ਅੰਦੋਲਨ ਦਾ ਇੱਕ ਜਿਹੜਾ ਪੱਖ ਉਹ ਇਹ ਵੀ ਰਿਹਾ ਕਿ ਸਾਡੇ ਪਿੰਡਾਂ ਦੀਆਂ ਲੜਾਈਆਂ ਇਸ ਅੰਦੋਲਨ ਨੇ ਮੁਕਾ ਦਿੱਤੀਆਂ ਨੇ ਤੇ ਹੁਣ ਅਸੀਂ ਏਕੇ ਦੇ ਵਿੱਚ ਬੱਝੇ ਰਵਾਂਗੇ? ਹਾਂਜੀ, ਇੱਕ ਤੇ ਇਹ ਪੱਖ ਵੀ ਰਿਹਾ ਤੇ ਦੂਜਾ ਇਹ ਜਾਗ੍ਰਿਤੀ ਵੀ ਆਈ ਆ ਸਾਰਿਆਂ ਦੇ ਵਿੱਚ ਕਿ ਅਸੀਂ ਆਪਣੀ ਜ਼ਮੀਨ ਤੋਂ ਆਪਣੇ ਆਪ ਤੋਂ ਟੁੱਟੀਏ ਨਾ, ਆਪਣੇ ਪੰਜਾਬ ਨਾਲ ਜੁੜੇ ਰਹੀਏ। ਭਾਵੇਂ ਆਪਾਂ ਇੰਗਲੈਂਡ, ਅਮਰੀਕਾ, ਕੈਨੇਡਾ ਦੇ ਵਿੱਚ ਵੀ ਨੌਜਵਾਨ ਬੈਠੇ ਨੇ, ਉਹਨਾਂ ਨੂੰ ਇਹ ਗੱਲ ਨੇ ਅਹਿਸਾਸ ਕਰਵਾ ਦਿੱਤਾ ਹੈ ਕਿ ਜੇ ਅਸੀਂ ਆਪਣਾ ਪੰਜਾਬ ਤੋਂ ਟੁੱਟ ਗਏ ਤੇ ਸਾਨੂੰ ਬਹੁਤਾ ਚਿਰ ਨਹੀਂ ਲੱਗੇਗਾ ਮੋਦੀ ਨੂੰ ਸਾਨੂੰ ਆਪਣੇ ਦੇਸ਼ ਨਾਲੋਂ, ਪੰਜਾਬ ਨਾਲੋਂ ਤੋੜਨ ਲੱਗਿਆ। ਬਾਈ ਜੀ ਇੱਕ ਜਾਣਕਾਰੀ 'ਚ ਤੁਸੀਂ ਵਾਅਦਾ ਕਰੋ ਵੀ ਇੱਕ ਤਾਂ ਕਿੰਨੀਆਂ ਟਰਾਲੀਆਂ ਲੈ ਕੇ ਆਏ ਹੋ, ਤੇ ਦੂਜਾ ਇਹ ਦੱਸੋ ਜੀ ਕਿ ਤੁਹਾਡੇ ਪਿੰਡ ਦੇ ਵਿੱਚ ਵੀ ਕਈ ਗਿਲੇ ਸ਼ਿਕਵੇ ਹੋਣਗੇ ਜਿਹੜੇ ਵੀ ਪਿੰਡ ਤੋਂ ਤੁਸੀਂ, ਉਹ ਮਿਟੇ ਆ? ਜੇਕਰ ਮਿਟੇ ਆ ਤਾਂ ਕਿੰਨੇ ਕੁ ਮਿਟੇ ਆ, ਤੇ ਜੇਕਰ ਮਿਟ ਗਏ ਆ ਤੇ ਕਦੇ ਖੜੇ ਹੋਣਗੇ ਕਿ ਨਹੀਂ? ਤੁਹਾਨੂੰ ਲੱਗਦਾ ਕੀ ਆ? ਲੱਗਦਾ ਤੇ ਇਸ ਤਰ੍ਹਾਂ ਹੈ ਕਿ ਇਹ ਜੋ ਸੰਘਰਸ਼ ਚੱਲਿਆ ਹੈ, ਇਹਨੇ ਸਾਡੇ ਪੰਜਾਬੀਆਂ ਦੇ ਵਿੱਚ ਇੱਕ ਏਕਤਾ ਭਰ ਦਿੱਤੀ ਹੈ। ਕਿਉਂਕਿ ਇਹ ਕਿਸਾਨ ਦਾ ਮੁੱਦਾ ਨਹੀਂ ਇਕੱਲਾ। ਮੈਂ ਇਹ ਗੱਲ ਕਹਿਣਾ ਕਿ ਮੰਨ ਲਓ ਅੱਜ ਕਿਸਾਨ ਦੀ ਜ਼ਮੀਨ ਚਲ ਜਾਂਦੀ ਹੈ, ਕਿਸਾਨ ਦੀ ਜ਼ਮੀਨ ਚਲ ਜਾਂਦੀ ਹੈ, ਅਡਾਨੀ ਅਬਾਨੀ ਲੈ ਜਾਂਦੇ ਆ ਜੀ, ਤੇ ਅਡਾਨੀ ਅਬਾਨੀ ਕਦੇ ਭੱਠੇ ਦੇ ਮਾਲਕ ਨੂੰ ਨਹੀਂ ਦੇਣਗੇ ਵੀ ਠੇਕੇ ਤੇ ਲੈ ਕੇ ਸਾਡੇ ਕੋਲ ਭੱਠੇ ਤੇ ਇੱਟ ਪਾ ਲਾ। ਉਹ ਜਿਹੜਾ ਗਰੀਬ ਭਾਈਚਾਰਾ ਭੱਠਿਆਂ ਦੇ ਕੰਮ ਕਰਦਾ, ਜਿਹੜਾ ਗਰੀਬ ਭਾਈਚਾਰਾ ਮੰਡੀਆਂ ਦੇ ਵਿੱਚ ਕੰਮ ਕਰਦਾ, ਉਹਦਾ ਵੀ ਬਹੁਤ ਵੱਡਾ ਨੁਕਸਾਨ ਹੈ। ਤੇ ਇਸ ਕਰਕੇ ਅੱਜ ਉਹ ਜਿਹੜਾ ਵਿਤਕਰਾ ਵਾ ਉਹ ਖਤਮ ਹੋਣ ਦੇ ਕਗਾਰ ਤੇ ਹੈ। ਬਾਪੂ ਜੀ, ਅੱਗੇ ਜਦੋਂ ਕਿਤੇ ਬੰਦਾ ਵਾਂਡੇ ਵੀ ਜਾਂਦਾ ਤੇ ਪਿੱਛੇ 100 ਫਿਕਰ ਹੁੰਦੇ ਨੇ ਵੀ ਡੰਗਰਾਂ ਨੂੰ ਕੌਣ ਵੇਖੂਗਾ, ਪੱਠਿਆਂ ਨੂੰ ਕੌਣ ਵੇਖੂਗਾ, ਘਰ ਦੇ 100 ਕੰਮ ਨੇ ਉਹਨਾਂ ਨੂੰ ਕੌਣ ਵੇਖੂਗਾ। ਹੁਣ ਪਿੱਛੇ ਘਰ ਦੇ ਕੰਮਕਾਜ ਕਿਵੇਂ ਚੱਲ ਰਹੇ ਨੇ? ਇਹਨਾਂ ਦੇ ਕਹਿਣ ਦਾ ਮਤਲਬ ਇਹ ਆ ਵੀ ਅਸੀਂ ਡੰਗਰਾਂ ਨੂੰ ਫਿਕਰ ਕਰਦੇ ਆ, ਹੁਣ ਡੰਗਰਾਂ ਵਰਗੇ ਲੋਕਾਂ ਨੂੰ ਸਮਝਾਉਣਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੁਸੀਂ, ਤੁਹਾਡਾ ਸਵਾਲ ਠੀਕ ਹੈ ਕਿ ਪਿੱਛੇ ਫਿਕਰ ਹੈ ਜੀ, ਠੀਕ ਹੈ ਨੇ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਜਿਸ ਨੇ ਪੈਦਾ ਕੀਤਾ ਚਿੰਤਾ ਉਸ ਨੂੰ ਹੈ। ਤੇ ਬਾਕੀ ਮੈਂ ਥੋੜੀ ਜਿਹੀ ਜਾਣਕਾਰੀ 'ਚ ਵਾਧਾ ਕਰਾਂ। ਤੁਸੀਂ ਭਾਈ ਸਾਹਿਬ ਨੂੰ ਪੁੱਛਿਆ ਸੀਗਾ ਫੌਜ ਬਾਰੇ। ਮੈਂ ਸੂਬੇਦਾਰ ਰਿਟਾਇਰ ਹਾਂ ਆਰਮੀ ਦੇ ਵਿੱਚੋਂ, ਤੇ ਮੈਨੂੰ ਪਤਾ ਹੈ ਅਥਰੂ ਗੈਸ ਸੁੱਟਣਗੇ ਤੇ ਕਿਵੇਂ ਉਹਨੂੰ ਖਤਮ ਕਰਨਾ। ਕਿਉਂਕਿ ਦੇਸ਼ ਦਾ ਕਿਸਾਨ ਦਾ ਬੇਟਾ ਹੀ ਫੌਜ ਦੇ ਵਿੱਚ ਭਰਤੀ ਹੁੰਦਾ। ਬਿਲਕੁਲ ਸਹੀ। ਕਿਸੇ ਮੰਤਰੀ ਦਾ ਬੱਚਾ ਨਹੀਂ ਭਰਤੀ ਹੁੰਦਾ। ਦੱਸੇ ਅਮਿਤ ਸ਼ਾਹ ਕਿੰਨੇ ਬੱਚੇ ਭਰਤੀ ਕਰਾਏ ਆ? ਕੋਈ ਮੰਤਰੀ, ਕੋਈ ਐਮਪੀ ਦੱਸੇ ਕਿੰਨੇ ਭਰਤੀ ਕਰਾਏ ਆ? ਮੇਰਾ ਕਿਸਾਨ ਫਾਹੇ ਲੈ ਕੇ ਮਰ ਰਿਹਾ, ਜਵਾਨ ਸਰਹੱਦ ਤੇ ਮਰ ਰਿਹਾ। ਇਹ ਅਥਰੂ ਗੋਲੇ ਸੁੱਟਦੇ ਨੇ, ਇਹਨਾਂ ਦੇ ਬੱਚੇ ਬਹੁਤ ਸਾਰੇ ਵਿੱਚ ਫੌਜ ਦੇ ਮੁੰਡੇ ਨੇ, ਤੇ ਰਿਟਾਇਰ ਹੋ ਕੇ ਆਏ ਨੇ।
ਅਸੀਂ ਉਹਨਾਂ ਨੂੰ ਖਤਮ ਕਰ ਦਾਂਗੇ। ਨਹੀਂ ਫਿਰ ਤੁਸੀਂ ਆਪ ਵੀ ਉਹ ਜਿਹੜੇ ਅਥਰੂ ਗੈਸ ਦੇ ਗੋਲੇ ਆ ਜਿਹੜੇ ਉਹਨਾਂ ਨੂੰ ਬੇਅਸਰ ਕੀਤਾ ਉੱਤੇ ਬੋਰੇ ਸੁੱਟ ਕੇ? ਬਿਲਕੁਲ। ਬਾਕੀ ਅਸੀਂ ਕੱਲ ਆਏ ਆ 2-3 ਟਰਾਲੀਆਂ ਲੈ ਕੇ ਆਪਣੇ ਪਿੰਡੋਂ, ਲੇਕਿਨ ਮੈਂ ਤੁਹਾਡੀ ਉਹ ਗੱਲ ਦਾ ਜਵਾਬ ਦੇ ਰਿਹਾ ਕਿ ਫੌਜ ਨੇ ਮਦਦ ਕੀਤੀ ਕਿ ਨਹੀਂ ਕੀਤੀ ਪਤਾ ਨਹੀਂ, ਪਰ ਬਹੁਤ ਜ਼ਿਆਦਾ ਫੌਜੀ ਰਿਟਾਇਰ ਜਵਾਨ ਨੇ ਵਿੱਚ ਪੰਜਾਬ ਦੀਆਂ ਸਰਹੱਦਾਂ ਦੇ, ਦੇਸ਼ ਦੀਆਂ ਸਰਹੱਦਾਂ ਦੇ ਕੌਣ ਰਾਖੀ ਕਰਦਾ? ਜਿੱਥੇ ਸਾਡੇ ਸਿੱਖ ਖੜੇ ਹੋ ਜਾਂਦੇ ਨਾ, ਖਾਸ ਕਰਕੇ ਪੰਜਾਬੀ ਖੜੇ ਹੋ ਜਾਂਦੇ ਆ ਜੀ। ਮਤਲਬ ਕਹਿਣ ਦਾ ਇਹ ਹਰਮਨ ਜੀ ਰਾੜਾ ਕਿ ਫੌਜੀ ਦੇ ਉੱਤੇ ਵੀ ਵਾਰ ਕੀਤੇ ਐਤਕੀ। ਇਹ ਪਹਿਲੀ ਵਾਰ ਆ ਕਿ ਕੇਂਦਰ ਦੀ ਸਰਕਾਰ ਨੇ ਫੌਜੀ ਦੇ ਕੋਲੋਂ ਵਾਰ ਕਰਾਇਆ। ਕੀ ਕਹਿਣਾ ਚਾਹੋਗੇ ਬਾਈ ਜੀ? ਪਹਿਲੀ ਵਾਰ ਸਾਡੇ ਹਿੰਦੁਸਤਾਨ ਦਾ ਹੋਇਆ ਕਿ ਕਿਸਾਨ ਨੂੰ ਜਵਾਨ ਦੇ ਅੱਗੇ ਖੜਾ ਕਰ ਦਿੱਤਾ ਗਿਆ। ਕਿੱਡੀ ਹੀ ਦੁੱਖ ਭਰੀ ਵਾਲੀ ਗੱਲ ਹੈ ਔਰ ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਇਹ ਸਰਕਾਰ ਸਿਰਫ ਆਪਣੇ ਮਨਭਾਗੀ ਕੰਮਾਂ ਨੂੰ, ਗੰਦੇ ਸੂਬਿਆਂ ਨੂੰ ਅੰਜਾਮ ਲਿਆਉਣੀ ਇਹ ਕੰਮ ਕਰ ਰਹੀ ਹੈ ਜੀ। ਇਹ ਸਰਕਾਰ ਸਿੱਧੇ ਦਰਸ਼ੀਦਰ ਨਾਲ ਇਹ ਪਤਾ ਲੱਗ ਰਿਹਾ ਹੈ ਕਿ ਇਹ ਹਿੰਦੁਸਤਾਨ ਦੇ ਜਨਰਲ ਡਾਇਰ ਨੇ। ਉਹ ਤੇ ਫਿਰ ਬਾਹਰਲੇ ਮੁਲਕ ਤੋਂ ਆਇਆ ਸੀ, ਉਹਨੇ ਸਾਡੇ ਲੋਕਾਂ ਤੇ ਜ਼ੁਲਮ ਢਾਏ। ਇਹ ਸਾਡੀਆਂ ਸਰਕਾਰਾਂ ਹੁੰਦੇ ਹੀ ਲੋਕਾਂ ਤੇ ਜ਼ੁਲਮ ਢਾਉਣ ਦਾ ਕੰਮ ਕਰ ਰਹੀ ਹੈ। ਇਹ ਇੱਕ ਨਾ ਜਾਣਕਾਰੀ ਆਪਾਂ ਹਰਮਨ ਜੀ ਇਹ ਲੈਣੀ ਆ ਸਾਡੇ ਸਾਥੀਆਂ ਤੋਂ ਜਿਹੜੇ ਇੱਥੇ ਭੈਣਾਂ ਵੀਰ ਖੜੇ ਆ, ਭੈਣਾਂ ਪਿੱਛੇ ਉਹਨਾਂ ਦੇ ਕੋਲੋਂ ਵੀ ਜਾਣਕਾਰੀ ਲੈਣੀ ਆ ਵੀ ਕੀ ਕਾਰਨ ਆ ਵੀ ਕਰੋਨਾ ਇੱਥੇ ਕਹਿ ਦਿੰਦੇ ਵੀ ਆ ਜਾਣਾ ਤੇ ਬਿਹਾਰ ਦੇ ਵਿੱਚ ਕਿਉਂ ਨਹੀਂ ਆਇਆ? ਮਾਸੀ ਦਾ ਮੁੰਡਾ ਸੀ ਜਾਂ ਕੀ ਗੱਲ ਸੀ? ਹੈਦਰਾਬਾਦ ਚ ਨਹੀਂ ਆਇਆ ਜੀ। 1500 ਕਿਲੋਮੀਟਰ ਸਾਡੇ ਗ੍ਰਹਿ ਮੰਤਰੀ ਆਪਣੀ ਸੰਬੋਧਿਤ ਰੈਲੀਆਂ ਨੂੰ ਕਰਨ ਗਏ, ਲੇਕਿਨ ਕਿਸਾਨ ਨੂੰ ਮਿਲਣ ਲਈ 20 ਕਿਲੋਮੀਟਰ ਸਿੰਧੂ ਬਾਰਡਰ ਤੇ ਨਹੀਂ ਆਏ। ਇਹ ਕੀ ਦਿਖਾਉਂਦੇ ਨੇ? ਇਹਨਾਂ ਦੀ ਕਾਲੀ ਸੋਚ, ਇਹ ਕਾਲਾ ਕਾਨੂੰਨ ਹੈ, ਜਾਣਬੁੱਝ ਕੇ ਲਿਆਏ ਨੇ। ਸਾਡੇ ਕੁਝ ਦੇਸ਼ ਦੇ ਵੱਡੇ ਉਦਯੋਗਪਤੀਆਂ ਨੂੰ ਇਹਨਾਂ ਨੇ ਫਾਇਦਾ ਦੇਣ ਲਈ ਇਹ ਸਾਰਾ ਕੰਮ ਕੀਤਾ ਹੈ। ਪਹਿਲੇ ਇਹਨਾਂ ਨੇ ਮਾਰਿਆ ਇੱਥੋਂ ਦੇ ਨੌਜਵਾਨ ਨੂੰ, ਉਹਦਾ ਦਾ ਕੰਮ ਛੀਨ ਕੇ, ਉਸ ਤੋਂ ਬਾਅਦ ਲਾਇਆ ਗੱਬਰ ਸਿੰਘ ਟੈਕਸ, ਫਿਰ ਲਾਏ ਡੀਮੋਨੇਟਾਈਜੇਸ਼ਨ, ਹੁਣ ਕਿਸਾਨਾਂ ਨੂੰ ਮਾਰਨ ਆ ਗਏ ਨੇ ਸਾਡੇ। ਬਟ ਇਸ ਵਾਰੀ ਇਹਨਾਂ ਨੂੰ ਇਹ ਨਹੀਂ ਪਤਾ ਇਹ ਪੰਜਾਬ ਦੀ ਨਹੀਂ ਪੂਰੇ ਹਿੰਦੁਸਤਾਨ ਦੀ ਨੀਂਹ ਨਾਲ ਪੰਗਾ ਲੈ ਬੈਠੇ ਨੇ ਤੇ ਦਿੱਲੀ ਅਸੀਂ ਫਤਿਹ ਕਰਕੇ ਜਾਵਾਂਗੇ ਜੀ। ਪਰਵੀਰ ਜੀ, ਬਾਰ-ਬਾਰ ਜਦੋਂ ਕਿਤੇ ਉਹ ਸਿੱਖ ਚਿਹਰਿਆਂ ਨੂੰ ਵੇਖਦੇ ਨੇ ਤੇ ਇੱਕੋ ਗੱਲ ਕਹਿੰਦੇ ਨੇ, ਖਾਲਿਸਤਾਨੀ ਨੇ ਆ ਕੇ ਖਾਲਿਸਤਾਨੀ ਇਕੱਠੇ ਹੋ ਗਏ ਨੇ। ਪਰ ਤੁਸੀਂ ਜਿਵੇਂ ਗੱਲ ਕਰ ਰਹੇ ਹੋ ਜਾਂ ਤੁਹਾਨੂੰ ਵੇਖ ਕੇ ਮੈਂ ਇਹ ਸਮਝ ਸਕਦੀ ਹਾਂ ਵੀ ਇੱਥੇ ਹਰ ਇੱਕ ਕਹਿ ਲੋ ਜਾਤ ਬਰਾਦਰੀ ਦਾ ਬੰਦਾ ਇਕੱਠਾ ਖੜਾ ਹੈ। ਸੋ ਉਹ ਜਿਹੜੇ ਸਾਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਨੇ ਇੱਕੋ ਚੀਜ਼ ਕਹਿ ਕੇ, ਉਹਦੇ ਬਾਰੇ ਕੀ ਕਹੋਗੇ? ਸਦਾ ਹੀ ਉਹਨਾਂ ਨੇ ਕੀਤਾ ਜੀ। ਬਿਹਾਰ 'ਚ ਇਲੈਕਸ਼ਨ ਹੋਏ ਤਾਂ ਵੱਖਰੀ ਗੱਲ, ਯੂਪੀ 'ਚ ਇਲੈਕਸ਼ਨ ਹੋਏ ਤਾਂ ਮੁਸਲਿਮ ਦਲ ਚਲੇ ਗਏ। ਇਹਨਾਂ ਨੇ ਸਦਾ ਹੀ ਸਾਡੇ ਹਿੰਦੁਸਤਾਨ ਦੇ ਹਰ ਵਰਗ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਮੈਂ ਆਪਣੀ ਗੱਲ ਕਹਾਂ, ਮੈਂ ਕਿਸਾਨ ਨਹੀਂ ਆ ਲੇਕਿਨ ਮੈਂ ਪੰਜਾਬ ਦਾ ਪੁੱਤ ਹਾਂ। ਮੈਂ ਸਭ ਤੋਂ ਪਹਿਲੇ ਇਸ ਦੇਸ਼ ਦਾ ਨਾਗਰਿਕ ਹਾਂ। ਕਿਆ ਮੈਂ ਆਪਣੇ ਹੱਕ ਨਹੀਂ ਮੰਗ ਸਕਦਾ? ਹੱਕ ਮੰਗੀਏ ਤੇ ਅਸੀਂ ਆਤੰਕਵਾਦੀ ਹੋ ਗਏ। 15 ਲੱਖ ਆ ਗਿਆ ਸਾਰਾ ਦੇ ਅਕਾਊਂਟ 'ਚ। ਮੈਂ ਤੇ ਆਪਣੇ ਪ੍ਰਧਾਨ ਮੰਤਰੀ ਸਾਹਿਬ ਕੋ ਉਹ ਚੀਜ਼ਾਂ ਯਾਦ ਦਿਵਾਉਣਾ ਚਾਹੁੰਦਾ। ਕਾਲਾ ਧਨ ਵਿਦੇਸ਼ਾਂ ਤੋਂ ਲੈ ਕੇ ਆਣਾ, ਕਿੱਥੇ ਆ ਉਹ ਵਿਦੇਸ਼ਾਂ ਦਾ ਕਾਲਾ ਧਨ? ਤੁਸੀਂ ਸਭ ਕੁਝ ਭੁੱਲ ਗਏ ਹੋ। ਆ ਕਿਸਾਨ ਜੇ ਆਪਣਾ ਹੱਕ ਮੰਗਦਾ ਹੈ, MSP ਦੀ ਗੱਲ ਕਰਦਾ ਹੈ ਤੇ ਤੁਸੀਂ ਕਹਿੰਦੇ ਹੋ MSP ਹੈ ਤੇ ਗਰੰਟੀ ਕਰੋ, ਲਿਖੋ ਉਹਨਾਂ ਦੇ MSP ਹੈਗੀ ਹੈ। ਤੁਸੀਂ ਕਿਹਾ ਕਿ ਅਸੀਂ ਕਿਸਾਨਾਂ ਵਾਸਤੇ ਹੱਕ ਲੈ ਕੇ ਆਏ ਆ, ਬਹੁਤ ਵਧੀਆ। ਤੁਹਾਨੂੰ ਕਿੰਨੇ ਕਿਹਾ ਸੀ ਲਿਆਉਣ ਵਾਸਤੇ? ਕਿਸਾਨਾਂ ਨੂੰ ਸੱਦਿਆ? ਕਿਸੇ ਜਥੇਬੰਦੀ ਨੂੰ ਸੱਦ ਕੇ ਉੱਥੇ ਗੱਲ ਕੀਤੀ? ਉਹ ਤਾਂ ਤੁਸੀਂ ਕੀਤੀ ਨਹੀਂ। ਤੁਸੀਂ ਗੱਲ ਕੀਤੀ ਹਾਂ ਅੰਬਾਨੀ ਅਡਾਨੀ ਨਾਲ ਜ਼ਰੂਰ ਕੀਤੀ ਹੋਏਗੀ, ਕਿਉਂਕਿ ਜੋ ਕਹਿਣਗੇ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਉਹ ਕਰਨਗੇ। ਬਿਲਕੁਲ ਸਹੀ ਗੱਲ ਹੈ ਸਾਹਿਬ। ਕਿੰਨੀ ਵੱਡੀ ਚੀਜ਼ ਹੈ ਵੀ ਜਿਹੜੇ ਤਾਂ ਹੁਣ ਤਾਈਂ ਆਪਣੇ ਆਪ ਨੂੰ ਕਿਸਾਨ ਹਤੈਸ਼ੀ ਦੱਸ ਕੇ, ਕਿਸਾਨਾਂ ਦੇ ਪੁੱਤ ਦੱਸ ਕੇ ਵੋਟਾਂ ਲੈਂਦੇ ਰਹੇ, ਉਹ ਸਾਡੇ ਖਿਲਾਫ ਖੜੇ ਨੇ। ਤੇ ਵੀਰ ਜੀ ਹੋਰਾਂ ਨੇ ਜਿਹੜੀ ਗੱਲ ਕਹੀ ਵੀ ਮੈਂ ਕਿਸਾਨ ਦਾ ਪੁੱਤ ਨਹੀਂ ਆ ਪਰ ਮੈਂ ਫਿਰ ਵੀ ਹੱਕ ਲੈਣ ਲਈ ਖੜਾ, ਸੋ ਇਹ ਲੋਕ ਉਹਨਾਂ ਨਾਲੋਂ ਕਿਤੇ ਜ਼ਿਆਦਾ ਚੰਗੇ। ਬਿਲਕੁਲ। ਤੇ ਮੇਰੀ ਨਾ ਬੇਨਤੀ ਹੈ ਸਾਡੇ ਕੈਮਰਾਮੈਨ ਸਾਥੀ ਨੂੰ ਕਿ ਤੁਸੀਂ ਜਿਹੜੇ ਟੈਂਕ ਆ ਕਿਸਾਨਾਂ ਦੇ ਉਹ ਵੀ ਇੱਕ ਵਾਰ ਦਿਖਾ ਦਿਓ, ਯਾਨੀ ਕਿ ਟਰਾਲੀਆਂ ਟਰੈਕਟਰ ਜਿਹੜੇ ਖੜੇ ਆ, ਕਿਉਂਕਿ ਇਦਾਂ ਕੈਮਰੇ ਦੇ ਵਿੱਚ ਤਾਂ 2 4 5 7 10 ਟਰਾਲੀਆਂ ਹੀ ਆ ਸਕਦੀਆਂ, ਪਰ ਜਿੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਟਰਾਲੀਆਂ ਪਹੁੰਚੀਆਂ, ਕਹਿਣ ਦਾ ਭਾਵ ਇਹ ਆ ਵੀ ਬਾਰਡਰ ਭਾਵੇਂ ਕੋਈ ਵੀ ਹੋਵੇ ਤੇ ਇਸ ਵਕਤ 25-26 ਕਿਲੋਮੀਟਰ ਦਾ ਜਿਹੜਾ ਉਹ ਜਾਮ ਲੱਗਾ ਹੋਇਆ। 25-26 ਕਿਲੋਮੀਟਰ ਦੇ ਵਿੱਚ ਹਰ ਬਾਰਡਰ ਦੇ ਉੱਤੇ ਮਿੰਨੀ ਪੰਜਾਬ ਵਸਾਇਆ ਹੋਇਆ ਜੀ। ਬਿਲਕੁਲ, ਇਹ ਮਿੰਨੀ ਪੰਜਾਬ ਹੈ, ਕਹਿ ਲੋ। ਇਹ ਸਾਡੇ ਹੱਕ ਲੈਣ ਦੀ ਸਾਡੀ ਇੱਕ ਜਦਮੋਜਾਤ ਕਰਨ ਦਾ ਸਾਡਾ ਤਰੀਕਾ ਹੈ, ਜਿਹੜਾ ਅਸੀਂ ਬੜੇ ਸ਼ਾਂਤੀਪੂਰਵਕ ਢੰਗ ਨਾਲ ਕਰ ਰਹੇ ਹਾਂ। ਕਦੀ ਸਾਨੂੰ ਰੋਕਣ ਲਈ ਪਾਣੀ ਦੀਆਂ ਬੁਛਾਰਾਂ, ਕਦੀ ਰੋਕਣ ਲਈ ਸੜਕ ਤੇ ਟੋਏ ਪੁੱਟਦੇ ਨੇ, ਖਾਈਆਂ ਲਗਾ ਦੇਣੀਆਂ। ਮੈਂ ਸਮਝਦਾ ਇਹੋ ਜਿਹੀ ਕਿਹੜੀ ਪ੍ਰੋਬਲਮ ਹੋ ਗਈ ਸੀ ਸਾਡੇ ਖੱਟਰ ਜਿਹੜੇ ਸਰਕਾਰ, ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਨੇ, ਸਾਡੇ ਭਾਜਪਾ ਸਰਕਾਰ ਨੂੰ, ਕਿ ਕਿਸਾਨ ਨੂੰ ਰੋਕਿਆ ਜਾ ਰਿਹਾ। ਕਿ ਸਿਰਫ ਕਿਸਾਨ ਨਹੀਂ ਆਇਆ ਇੱਥੇ ਦੇਸ਼ ਦਾ ਹਰ ਨਾਗਰਿਕ ਆਇਆ। ਚਾਹੇ ਹੁਣ ਪਹਿਲੇ ਕਹਿੰਦੇ ਸੀ ਪੰਜਾਬੀ ਕਿਸਾਨ ਆ ਗਏ, ਹੁਣ ਹਰਿਆਣਾ ਦੇ ਵੀ ਆ ਗਏ, ਹੁਣ ਯੂਪੀ ਦੇ ਵੀ ਆ ਗਏ। ਹੁਣ ਕੀ ਕਹੋਗੇ? ਹੁਣ ਵੀ ਕਿਸਾਨ ਆਤੰਕਵਾਦੀ ਹੈ? ਹੁਣ ਵੀ ਉਹ ਰਾਜਨੀਤਿਕ ਜਥੇਬੰਦੀਆਂ ਨਾਲ ਜੁੜਿਆ ਹੋਇਆ ਹੈ। ਆਪਾਂ ਨਾ ਹਰਮਨ ਜੀ ਪਿਛਲੇ ਪਾਸੇ ਨਾ ਭੈਣਾਂ ਵੀ ਵੱਡੀ ਗਿਣਤੀ ਦੇ ਵਿੱਚ ਬੈਠੀਆਂ, ਕੁਝ ਅੱਗੇ ਜਿੱਥੇ ਭਾਸ਼ਣ ਚੱਲ ਰਹੇ ਆ ਉੱਥੇ ਪਹੁੰਚ ਗਈਆਂ, ਪਰ ਭੈਣਾਂ ਨੂੰ ਇਹ ਪੁੱਛਣਾ ਵੀ ਕੰਗਣਾ ਰਣੌਤ ਦੇ ਵਾਲਾਂ ਦੇ ਕੁੰਡਲ ਕੱਢੇ ਕਿ ਨਹੀਂ ਹਲੇ। ਆਪਾਂ ਨਾ ਬੈਠ ਕੇ ਗੱਲ ਕਰਦੇ ਆ। ਆਪਾਂ ਇੱਥੇ ਬੈਠੋ ਤੁਸੀਂ। ਪਹਿਲਾਂ ਤਾਂ ਇਹ ਦੱਸੋ ਜੀ ਕਿ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਤੇ ਜਿਹੜਾ ਇਹ ਕਿਸਾਨ ਸੰਘਰਸ਼ ਆ ਇਹਦੇ ਵਿੱਚ ਕਿੰਨੇ ਦਿਨਾਂ ਤੋਂ ਸ਼ਿਰਕਤ ਕਰਨੀ ਸ਼ੁਰੂ ਕੀਤੀ ਹੈ ਜੀ?
ਮੇਰਾ ਨਾਮ ਨਰਿੰਦਰ ਕੌਰ ਸੋਲ ਆ, ਮੈਂ ਮੋਗੇ ਤੋਂ ਆਈ ਆ। ਲਗਾਤਾਰ ਜਦੋਂ ਦਾ ਇਹ ਸੰਘਰਸ਼ ਚੱਲਿਆ ਹੋਇਆ, ਪਹਿਲਾਂ ਪੰਜਾਬ ਦੇ ਵਿੱਚ 2 ਮਹੀਨੇ ਜਿਵੇਂ ਕਿਸਾਨ ਰੇਲਵੇ ਸਟੇਸ਼ਨਾਂ ਤੇ ਬੈਠੇ ਰਹੇ ਆ, ਉੱਥੇ ਵੀ ਅਸੀਂ ਮਤਲਬ ਪੰਜਾਬ ਇਸਤਰੀ ਸਭਾ ਵੱਲੋਂ ਉਹਦੇ ਵਿੱਚ ਸ਼ਾਮਲ ਹੁੰਦੇ ਰਹੇ ਆ। ਹੁਣ ਅਸੀਂ ਕੱਲ ਦੇ ਇੱਥੇ ਆਏ ਹੋਏ ਆ ਤੇ ਇੱਥੇ ਦਾ ਜੋ ਉਤਸ਼ਾਹ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ, ਉਹ ਸਾਨੂੰ ਮਤਲਬ ਆਜ਼ਾਦੀ ਅੰਦੋਲਨ ਜਿਹੜਾ ਵਾ ਉਹਦੀ ਯਾਦ ਦਿਵਾ ਰਿਹਾ ਜੀ। ਇੱਕ ਗੱਲ ਦੱਸੋ ਮਾਤਾ ਜੀ, ਬਈ 100 ਰੁਪਏ ਦੇ ਵਿੱਚ ਵਿਕਦੀਆਂ ਪੰਜਾਬਣਾ, ਇਹ ਗੱਲ ਕਹੀ ਹੈ ਕੰਗਣਾ ਰਣੌਤ ਨੇ, ਜਿਹੜੀ ਉਹ ਨਕਲੀ ਘੋੜੇ ਤੇ ਬਹਿ ਜਾਂਦੀ ਹੈ ਲੱਕੜ ਦੇ ਤੇ, ਕਹਿੰਦੀ ਮੈਂ ਝਾਂਸੀ ਦੀ ਰਾਣੀ ਆਈ ਬਣਦੀ ਹੁੰਨੀ ਹੈ। ਇਹ ਦੱਸੋ ਵੀ ਭਾਈ ਤੁਸੀਂ ਸੱਚੀ ਮੁੱਚੀ 100 ਰੁਪਏ ਦੇ ਵਿੱਚ ਆਈਆਂ ਜਾਂ 500 ਦੇ ਵਿੱਚ, ਜਾਂ ਫਿਰ ਅਣਖ ਦੇ ਨਾਲ ਆਈਆਂ? ਅਸੀਂ ਜੀ ਅਣਖ ਦੇ ਨਾਲ ਆਏ ਆ। ਅਸੀਂ ਇੱਕ ਕਿਸਾਨੀ ਨੂੰ ਬਚਾਉਣ ਵਾਸਤੇ, ਕਾਲੇ ਕਾਨੂੰਨ ਵਾਪਸ ਕਰਾਉਣ ਵਾਸਤੇ ਆਏ ਇੱਥੇ ਜੀ। ਤੇ ਜਿਹੜੀ ਬੀਬੀ ਜੋ ਦੋਸ਼ ਲਗਾ ਰਹੀ ਆ, ਉਹਨੂੰ ਕੀ ਕਹਿਣਾ ਚਾਹੋਗੇ ਫਿਰ? ਉਹਨੂੰ ਅਸੀਂ ਨਕਾਰਦੇ ਹਾਂ ਜਿਹੜੇ ਸ਼ਬਦ ਬੋਲਦੀਆਂ ਆਦੀਆਂ ਮਾਵਾਂ ਭੈਣਾਂ ਦੇ ਬਰਾਬਰ ਜਿਹੜੀਆਂ ਕੁੜੀਆਂ ਔਰਤਾਂ ਇੱਥੇ ਬੈਠੀਆਂ ਜੀ। ਹਾਂਜੀ ਜੀ, ਉਹਦੇ ਫਿਰ ਵਾਲ-ਵੂਲ ਸਿੱਧੇ ਕਰਨ ਦਾ ਵਿਚਾਰ ਹੈ ਇਸ ਤੋਂ ਬਾਅਦ ਇੱਥੇ ਜਿੱਤ ਹਾਸਲ ਕਰਕੇ? ਕਰਦੇ ਨੇ ਉਹਨਾਂ ਦੇ ਜੀ। ਜਦੋਂ ਗਲਤ ਸ਼ਬਦ ਬੋਲਦੇ ਲੋਕ ਨਕਾਰਦੇ ਨੇ ਕਿ ਤੇਰੇ ਬਾਲ ਸਿੱਧੇ ਉਹਦੇ ਕਰਦੇ ਨੇ। ਨਹੀਂ, ਪਰ ਉਹ ਬੀਬੀ ਤਾਂ ਹਾਲੇ ਵੀ ਇਹ ਕਹਿੰਦੀ ਹੈ ਕਿ ਤੁਸੀਂ ਮੈਨੂੰ ਜਿੱਥੋਂ ਮਰਜ਼ੀ ਚੁੱਪ ਕਰਾ ਦਿਓ, ਮੈਂ ਤਾਂ ਹੁਣੇ 1 ਸਕਿੰਟ ਲਾਵਾਂ ਕੈਮਰੇ ਇਕੱਠੇ ਕਰਕੇ ਤੇ ਜੋ ਮਰਜ਼ੀ ਕਹਿ ਸਕਦੀ, ਮੈਨੂੰ ਕੋਈ ਰੋਕ ਨਹੀਂ ਸਕਦਾ। ਉਹ ਨਹੀਂ ਕਹਿ ਸਕਦੀ ਜੀ। ਲੋਕ ਜਦੋਂ ਦਿੱਲੀ ਆ ਸਕਦੇ ਤੇ ਉਹਨੂੰ ਬੰਬੇ ਜਾ ਕੇ ਵੀ ਘੇਰ ਸਕਦੇ, ਉਹਦੇ ਘਰ ਨੂੰ ਵੀ ਘੇਰ ਸਕਦੇ ਆ ਜੀ। ਇੱਕ ਗੱਲ ਦੱਸੋ ਵੀ ਉਹ ਤਾਂ ਅਸਲ ਦੇ ਵਿੱਚ ਬਾਲੀਵੁੱਡ ਵਾਲੇ ਹੁੰਦੇ ਹੀ ਇਦਾਂ ਦੇ ਆ ਨਾ, ਉਹਨੇ ਕਿਹੜਾ ਮੇਰੇ ਸਿੱਧੇ ਕਰਤੇ ਵਧੀਆ ਸਟ੍ਰੇਟ ਮੁਫਤ ਚ ਹੋ ਗਏ। ਹਾਂ, ਤੁਸੀਂ ਕੀ ਕਹਿਣਾ ਚਾਹੋਗੇ ਜੀ? ਜੋ ਬੇਇੱਜ਼ਤੀ ਹੋਊਗੀ ਨਾ, ਉਸ ਇਹ ਗੱਲ ਦੀ ਬੇਇੱਜ਼ਤੀ ਤਾਂ ਹੋਊ ਜੇ ਬਾਬਾ ਮੈਂ ਸਿੱਧੇ ਕਰਤੇ ਉਹਦੇ। ਨਾਲੇ ਟਾਣਾ ਸਾਹਿਬ ਇਹਨਾਂ ਵੱਲੋਂ ਕੀਤੇ ਸਿੱਧੇ ਤੇ ਪਾਰਲਰਾਂ 'ਚ ਜਾ ਕੇ ਕਰਾਏ ਸਿੱਧੇ ਦਾ ਫਰਕ ਹੁੰਦਾ ਹੈ। ਉਹਨਾਂ 'ਚ ਬਹੁਤ ਫਰਕ ਹੁੰਦਾਗਾ, ਇਹ ਸਾਡੇ ਸਿੱਧੇ ਕਰਿਆਂ 'ਚ ਬਹੁਤ ਫਰਕ ਹੈ ਉਹਨਾਂ ਨਾਲ। ਜੀ ਜੀ, ਤੁਸੀਂ ਕਿੰਨੇ ਚਿਰ ਤੋਂ ਇੱਥੇ ਬੈਠੇ ਹੋਏ ਹੋ ਜੀ? ਤੇ ਇਹ ਦੱਸੋ ਕਿ ਜੋ ਘਰ ਦੇ ਵਿੱਚ ਆ, ਫਿਰ ਤੁਹਾਡੇ ਕੌਣ ਕੰਮ ਕਾਜ ਸੰਭਾਲ ਰਿਹਾ? ਜੀ ਅਸੀਂ ਕੱਲ ਆਏ ਆ, ਪਰ ਸਾਡੀ ਫੈਮਿਲੀ ਪਹਿਲਾਂ ਹੀ ਆ ਚੁੱਕੀ ਹੈ। ਮੈਂ ਸਰੋਜ ਛੱਪੜੀਵਾਲਾ, ਆਲ ਇੰਡੀਆ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਪੰਜਾਬ ਪ੍ਰਧਾਨ ਏਟਕ, ਤੇ ਸਾਡੀ ਫੈਮਿਲੀ ਪਹਿਲਾਂ ਆਏ ਹੋਏ ਨੇ। ਅਸੀਂ ਕੱਲ ਤੋਂ ਆਏ ਆ, ਪਰ ਉਸ ਦਿਨ ਤੋਂ ਸਾਨੂੰ ਵੀ ਆਰਾਮ ਨਹੀਂ ਆ ਰਿਹਾ ਸੀ ਵੀ ਅਸੀਂ ਇਹ ਸੰਘਰਸ਼ ਤੋਂ ਪਿੱਛੇ ਕਿਵੇਂ ਰਹਿ ਰਹੇ ਹਾਂ, ਤੇ ਅਸੀਂ ਕੱਲ ਜੱਥਾ ਲੈ ਕੇ ਇੱਥੇ ਆਏ ਆ। ਜੀ, ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਅੱਜ ਜਿਹੜੀਆਂ ਬੀਬੀਆਂ ਨੇ ਉਹ ਇਸੇ ਅੰਦੋਲਨ ਦੇ ਹਿੱਸੇ, ਮੈਨੂੰ ਲੱਗਦਾ ਇਹ ਗੱਲ ਆਈ ਹੈ ਕਿ ਇੰਨੀ ਵੱਡੀ ਤਾਦਾਦ ਦੇ ਵਿੱਚ ਆਪਣੇ ਚੁੱਲ੍ਹੇ ਚੌਂਕੇ ਛੱਡ ਕੇ ਤੇ ਜੋ ਵੀ ਸੜਕਾਂ ਦੇ ਉੱਪਰ ਬੈਠੀਆਂ ਨੇ, ਸੋ ਕੀ ਕਹਿਣਾ ਚਾਹੋਗੇ? ਹਾਂਜੀ, ਕੋਈ ਵੀ ਹੁਣ ਤਾਈਂ ਆਜ਼ਾਦੀ ਵੀ ਲਈ ਹੈ, ਉਹਦੇ 'ਚ ਵੀ ਸਾਡੀਆਂ ਬੀਬੀਆਂ ਦਾ ਯੋਗਦਾਨ ਆ ਜਿਹੜਾ ਬਹੁਤ ਰਿਹਾ ਹੈ ਜੀ। ਤੇ ਕੋਈ ਕੰਮ ਐਸਾ ਹੋ ਹੀ ਨਹੀਂ ਸਕਦਾ, ਕੋਈ ਵੀ ਸੰਘਰਸ਼ ਹੈ ਤੇ ਸ਼ੁਰੂ ਤੋਂ ਆਪਣੀਆਂ ਬੀਬੀਆਂ ਪਾਉਂਦੀਆਂ ਆਈਆਂ ਤੇ ਅਸੀਂ ਵੀ ਇਸੇ ਸੰਘਰਸ਼ ਦੇ ਵਿੱਚ ਅੱਜ ਆਪਣਾ ਯੋਗਦਾਨ ਪਾਉਣ ਲਈ ਆਏ ਆ ਘਰਾਂ ਤੋਂ। ਜੀ। ਤੇ ਪਿੱਛੇ ਘਰ ਦਾ ਕੰਮਕਾਜ ਫਿਰ ਕੌਣ ਸੰਭਾਲ ਰਿਹਾ? ਚੁੱਲ੍ਹਾ ਚੌਂਕਾ ਕੌਣ ਸਾਂਭ ਰਿਹਾ? ਹਾਂਜੀ, ਚੁੱਲ੍ਹਾ ਚੌਂਕਾ ਆਂਢ ਗੁਆਂਢ ਦੇਣਗੇ ਜੀ, ਰੋਟੀ ਆਪ ਘਰੇ ਆ। ਮੇਰਾ ਬੇਟਾ ਤਾਂ ਉਸ ਤਰੀਕ ਤੋਂ ਹੀ ਇੱਥੇ ਆ, ਕਿ ਬੇਟਾ ਮੇਰੇ ਜੀ, ਤੇ ਅਸੀਂ ਵੀ ਕੱਲ ਦੇ ਆਏ ਹੋਏ ਆ ਇੱਥੇ। ਭੈਣ ਜੀ, ਤੁਸੀਂ ਇੱਥੇ ਕਦੋਂ ਤੋਂ ਤੇ ਕੀ ਕਹਿਣਾ ਚਾਹੋਗੇ? ਮੈਡਮ ਅਸੀਂ ਵੀ ਕੱਲ ਹੀ ਆਏ ਆ ਜੀ, ਇਹਨਾਂ ਦੇ ਨਾਲ ਹੀ ਜਥਾ ਆਇਆ ਹੋਇਆ। ਬਸ ਕਿਸਾਨ ਵੀਰਾਂ ਦੇ ਨਾਲ ਆ ਜੀ, ਜਦੋਂ ਤੱਕ ਵੀ ਸੰਘਰਸ਼ ਚੱਲੂਗਾ ਉਦੋਂ ਤੱਕ ਉਹਨਾਂ ਦੇ ਨਾਲ। ਤੇ ਜਿੰਨਾ ਚਿਰ ਵੀ ਇਹ ਸੰਘਰਸ਼ ਹੋਏਗਾ ਤੁਸੀਂ ਇਸੇ ਤਰ੍ਹਾਂ ਇੱਥੇ ਡਟੇ ਰਹੋਗੇ? ਹਾਂਜੀ, ਉਹਨਾਂ ਦੇ ਨਾਲ ਡਟੇ ਰਹੋ ਜੀ। ਤੇ ਜੇ ਮੁੜ ਕੇ ਕੋਈ ਵੀ ਬੀਬੀ ਕੰਗਣਾ ਵਰਗੀ ਇਹੋ ਜੀ ਕੋਈ ਗੱਲ ਕਹਿੰਦੀ ਹੈ ਜਿਹੜੀ ਕਿ ਬੀਬੀਆਂ ਦੇ ਖਿਲਾਫ ਜਾਂਦੀ ਹੈ, ਤੇ ਫਿਰ ਆਪਾਂ ਅਗਲੀ ਰਣਨੀਤੀ ਤੁਹਾਡੀ ਕੀ ਹੋਏਗੀ, ਕੀ ਕਹਿਣਾ ਚਾਹੋਗੇ? ਬਸ ਜਿਵੇਂ ਇੱਥੇ ਮੋਰਚਾ ਲਈ ਬੈਠੇ ਜੀ, ਉਸੇ ਤਰ੍ਹਾਂ ਜਾ ਕੇ ਕੰਗਣਾ ਨੂੰ ਘੇਰ ਲਾਂਗੇ। ਜਿੰਨਾ ਮੀਡੀਆ 'ਚ ਉਹਦੀ ਬੇਇੱਜ਼ਤੀ ਹੋ ਚੁੱਕੀ ਹੈ, ਉਹਨੂੰ ਤਾਂ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਹੈ, ਕਿਉਂਕਿ ਮੀਡੀਆ 'ਚ ਕੋਈ ਵੀ ਇਹੋ ਜਿਹਾ ਪੰਜਾਬ ਨਹੀਂ, ਵਿਦੇਸ਼ੀ ਹੈ ਜਾਂ ਕੋਈ ਵੀ ਹੈ, ਇਹੋ ਜਿਹਾ ਕੋਈ ਵੀ ਇਨਸਾਨ ਨਹੀਂ ਹੈ ਜਿਹਨੇ ਉਹਨੂੰ ਗਾਲਾਂ ਨਾ ਕੱਢੀਆਂ ਹੋਣ। ਇਹੋ ਜਿਹੀਆਂ ਗਾਲਾਂ ਕਿ ਪੜ੍ਹਨ ਨੂੰ ਦਿਲ ਨਹੀਂ ਕਰਦਾ, ਉਹਨੂੰ ਤਾਂ ਸ਼ਰਮ ਨਾਲ ਵੈਸੇ ਹੀ ਡੁੱਬ ਕੇ ਮਰ ਜਾਣਾ ਚਾਹੀਦਾ ਇਹੋ ਜਿਹੀ ਔਰਤ ਨੂੰ। ਤੇ ਬਾਕੀ ਜੇ ਪੰਜਾਬ ਦੀਆਂ ਔਰਤਾਂ ਦੀ ਗੱਲ ਕਰੀਏ, ਜਾਂ ਤੁਸੀਂ ਕਹਿ ਰਹੇ ਹੋ ਵੀ ਘਰ ਤੁਹਾਡਾ ਕੌਣ ਸਾਂਭਦਾ, ਜਦੋਂ ਪਰਿਵਾਰ ਹੀ ਸਾਰੇ ਇੱਥੇ ਤੇ ਸਾਂਭਣਾ ਕਿੰਨੇ ਹੈ? ਜਦੋਂ ਇੱਥੇ ਆ ਲੜਾਈ ਲੜ ਰਹੇ ਆ, ਜਿੱਤ ਕੇ ਹੀ ਜਾਵਾਂਗੇ। ਅੱਜ ਸਾਡੀ ਜਵਾਨੀ ਹੈ ਜਿਹੜੀ ਪਹਿਲਾਂ ਵੀ ਉਹਨਾਂ ਨੇ ਨਸ਼ਿਆਂ ਵਿੱਚ ਰਫਾ ਦਫਾ ਕਰ ਦਿੱਤੀ ਸੀ, ਬਿਲਕੁਲ ਖਤਮ ਕਰ ਦਿੱਤੀ ਸੀ। ਸਾਡੀ ਜਵਾਨੀ ਨੂੰ ਪੂਰਾ ਨਸ਼ਿਆਂ ਤੇ ਲਾ ਦਿੱਤਾ ਸੀ। ਪਰ ਜਿਹੜਾ ਇਹ 3 ਕਾਨੂੰਨ ਲਿਆਏ ਆ, ਕਾਲੇ ਕਾਨੂੰਨ, ਇਹਨਾਂ ਨਾਲ ਸਾਡੀ ਜਵਾਨੀ ਬਿਲਕੁਲ ਉੱਭਰ ਕੇ ਸਾਹਮਣੇ ਆਈ ਹੈ। ਅੱਜ ਇਸ ਸੰਘਰਸ਼ ਵਿੱਚ ਸਾਨੂੰ ਜਵਾਨੀ ਵੇਖਣ ਨੂੰ ਮਿਲੀ ਹੈ। ਸਾਡਾ ਮਨ ਖੁਸ਼ ਹੁੰਦਾ ਹੈ ਕਿ ਜਿਹੜਾ ਆਉਣ ਵਾਲਾ ਸਮਾਂ ਜਿਹਦੇ ਲਈ ਅਸੀਂ ਰੁਜ਼ਗਾਰ ਲਈ ਲੜ ਰਹੇ ਹਾਂ, ਸਾਡੇ ਬੱਚੇ ਜਿਹੜੇ ਨੇ ਉਹਨੂੰ ਰੁਜ਼ਗਾਰ ਲਈ ਸਾਨੂੰ ਸਿਖਾਉਣ ਦੀ ਲੋੜ ਨਹੀਂ ਪਈ, ਉਹ ਆਪਣੇ ਆਪ ਲੜਨ ਲਈ ਤਿਆਰ ਹੋਣਗੇ। ਕੀ ਬਾਤ ਹੈ। ਦੇਖੋ ਗੱਲ ਇਹ ਆ ਹਰਮਨ ਜੀ, ਵੀ ਉਹ ਕਹਿੰਦੇ ਸੀ ਵੀ ਇੱਥੇ ਦਿੱਲੀ ਨੂੰ ਜਾਂਦੇ ਰਾਹਾਂ ਦੇ ਉੱਤੇ ਕੋਈ ਬਹਿ ਨਹੀਂ ਸਕਦਾ, ਅਸੀਂ ਬਹਿਣ ਨਹੀਂ ਦੇਣਾ। ਆਹ ਦੇਖੋ ਤਾਰਾਂ ਦੇ ਉੱਤੇ ਨਿੱਕਰਾਂ ਸੁੱਕੜੀਆਂ ਪਾਈਆਂ ਪਈਆਂ। ਆਹ ਹੁਣ ਦੇਖੋ ਦਿੱਲੀ ਦੇ ਹੁਕਮਰਾਨ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਆਹ ਦੇਖੋ ਪੈਂਟਾਂ ਪਈਆਂ, ਆਹ ਸੜਕ ਦੇ ਵਿਚਾਲੇ ਹਾਈਵੇ ਦੇ ਉੱਤੇ ਤਾਰਾਂ ਲਾ ਕੇ ਬੰਨ ਕੇ ਤੇ ਲੀੜੇ ਸੁੱਕਣੇ ਪਾਏ ਆ। ਇਹੀ ਘਰ ਬਣ ਗਿਆ। ਇਹੀ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਜੋ ਜਜ਼ਬਾ, ਜੋ ਉਹਨਾਂ ਦੀ ਕ੍ਰਾਂਤੀਕਾਰੀ ਸੋਚ ਆ, ਇਹ ਉਹਦੀ ਇੱਕ ਵੱਖਰੀ ਮਿਸਾਲ ਆ। ਜਦੋਂ ਅਸੀਂ ਅਤੀਤ ਦੇ ਵੱਲ ਝਾਤ ਮਾਰਦੇ ਆ, ਜਦੋਂ ਅਸੀਂ ਸਿੱਖ ਇਤਿਹਾਸ ਨੂੰ ਪੜ੍ਹਦੇ ਆ, ਸਿੰਘ ਆ ਜਿਹੜੇ ਘੋੜਿਆਂ ਦੀਆਂ ਕਾਠੀਆਂ ਦੇ ਉੱਤੇ ਸੌਂਦੇ ਸੀ, ਹੁਣ ਤਸਵੀਰਾਂ ਆਉਂਦੀਆਂ ਵੀ ਟਰੈਕਟਰਾਂ ਦੀਆਂ ਕਾਠੀਆਂ ਦੇ ਉੱਤੇ ਸੌਂਦੇ ਆ। ਉਹ ਆਪਾਂ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਦੇ ਆ ਵੀ ਉਹ ਟਰਾਲੀ ਦੇ ਡਾਲੇ ਦੇ ਉੱਤੇ ਬੈਠੇ ਆ, ਵੀ ਭਾਈ ਤੁਸੀਂ ਕੀ ਮਹਿਸੂਸ ਕਰਦੇ ਹੋ, ਕੀ ਤੁਹਾਡੇ ਮਨ ਦੇ ਬਲਬਲੇ ਆ?
ਬਾਪੂ ਜੀ ਇਹ ਦੱਸੋ ਵੀ ਤੁਸੀਂ ਕਿੱਥੋਂ ਆਏ ਆ ਤੇ ਕਦੋਂ ਤੋਂ ਤੁਸੀਂ ਟਰਾਲੀ ਦੇ ਵਿੱਚ ਆਏ ਹੋ? ਸਤਿ ਸ੍ਰੀ ਅਕਾਲ ਟਾਣਾ ਸਾਹਿਬ। ਮੈਨੂੰ 9 ਦਿਨ ਹੋ ਗਏ ਜੀ ਆਏ ਨੂੰ। ਪਹਿਲੇ ਦਿਨ ਪਟਿਆਲੇ ਦੇ ਆਏ ਜੀ, ਸਿੰਭੂ ਤੋੜਿਆ ਬਾਰਡਰ, ਫਿਰ ਅੱਗੇ ਜੋ ਬਹਾਦਰਗੜ੍ਹ, ਕਰਨਾਲ, ਸਾਰੇ ਬਾਰਡਰ ਤੋੜਦੇ, ਪਾਣੀ ਪਛਾੜਾਂ ਵੀ ਖਾਈਆਂ, ਡੰਡੇ ਵੀ ਖਾਏ। ਫਿਰ ਆਪਣਾ ਉਰਾ ਆ ਕੇ ਸੰਘਰਸ਼ ਰੋਕਿਆ, ਉਹ ਵੀ ਤੋੜਦੇ ਦਾ ਜੋ ਫਿਰ ਆਪਣੇ ਆਪ ਰੋਕਣਾ ਪਿਆ ਵੀ ਅੱਗੇ ਗਏ, ਅੱਗੇ ਠੋਸਨੇ ਬਰਾੜੀ ਕੱਢਣਾ, ਅੱਗੇ ਜਾਏ ਕਰਕੇ ਉਰੇ ਕਰਦੇ ਕੰਮ ਵੀ ਉਰੀ ਰਹੇਗਾ। उरी खाड़ा सारा जमाती सारी जाम कर दी सड़क गए थे बाबे जी। भाजी हम लोग उरी बैठेंगे तो साढ़े कानून ने अपने वापस नहीं लड़ते, रद्द करा के जाएंगे। साढ़े पास सारा समान है खान पीन का, असी तो उरी डेरे ला दिए, साडा घर है उरी, साडा पतीला पिया उरी, गैस ले लिया आके उरी, असी भांडे खरीद लिए, जेडे कोले कुले आ गए असी अच्छी ले लिए अपने, बस अच्छी अपना घर बना के बैठे। बापू जी हुण इउं नहीं लगदा कि भी बंदे दीयां लोड़ां तां बहुत थोड़ियां, ਆਪਾਂ ਵੱਡੇ ਵੱਡੇ ਜਿਹੜੇ ਉਹ ਘਰਾਂ ਦੇ ਵਿੱਚ ਵੀ ਪੈ ਗਏ ਆ ਤੇ ਆਹ ਦੇਖੋ ਆਪਣਾ ਹੁਣ ਇਹੀ ਰਹਿਣ ਬਸੇਰਾ, ਇਹੀ ਆਪਣਾ ਬੰਗਲਾ, ਇਹੀ ਆਪਣਾ ਇੱਥੇ ਤਵਾ ਪ੍ਰਾਂਤ, ਆਪਣੀ ਸਾਰਾ ਕੁਝ ਆ ਵੀ ਆਪਣੀਆਂ ਲੋੜਾਂ ਸੰਖੇਪ ਆ। ਤੇ ਦੂਜੀ ਗੱਲ ਇਹ ਆ ਵੀ ਜਿਹੜਾ ਸਾਡੇ ਉੱਤੇ ਹਮਲਾਵਰ ਆ ਇਸ ਵਕਤ ਸਾਡਾ ਸਾਂਝਾ ਦੁਸ਼ਮਣ ਆ ਤੇ ਉਹ ਸਾਡੇ ਬਾਬਤ ਬਹੁਤ ਮਾੜੀ ਸੋਚ ਤੇ ਨਜ਼ਰੀਆ ਰੱਖਦਾ। ਭੰਨ ਦੋਗੇ ਆਕੜ? हाँ जी बन देंगे, बुरा हल नहीं ਧੌਣ ਚੋਂ ਕਿੱਲਾ ਕੱਢੋਗੇ? हाँ जी हाँ, गोडा रख ले, गोडा गोडा रख के छोड़ दे, इतना मान लेगा ना गोडा रख दे। हाँ बस गोडा रख। ਬਾਪੂ ਕਹਿੰਦਾ ਜੌਨ ਸੀਨਾ ਬਣ ਜਾਣਾ ਮੈਂ ਤੇ ਬਾਪੂ ਕਹਿੰਦਾ ਮੈਂ ਛੱਡਣਾ ਨਹੀਂ ਕਿਸੇ ਵੀ ਤਰੀਕੇ ਨਾਲ। ਹਾਂ ਬਾਪੂ ਜੀ ਕੀ ਕਹਿਣਾ ਚਾਹੋਗੇ? ये भी नहीं छड़ते जी, जीत के जाएंगे, चाहे महीना लगे 2 महीना लगे 6 महीने भी लगे, जब भी जीत गए। ਬਾਪੂ ਜੀ ਇਹ ਦੱਸੋ ਵੀ ਜਿਹੜੇ ਤੁਸੀਂ ਆਪ ਬੋਰਿਆਂ ਦੇ ਵਿੱਚ ਲੈ ਕੇ ਆਏ ਹੋ ਅਨਾਜ, ਰਾਸ਼ਨ ਪਾਣੀ, ਉਹਦੇ ਸੇਬੇ ਖੋਲੇ ਆ ਕਿ ਹਾਲੇ ਤੱਕ ਹਰਿਆਣੇ ਦੇ ਵੱਲੋਂ ਜਿਹੜੀ ਯਾਰੀ ਨਿਭਾਈ ਗਈ ਉਹਦੇ ਨਾਲ? और भी ले को हरियाणा का भी बहुत आ रहा जी। हाँ दूध पानी सारा काट हरियाणा का बहुत आ रहा, लंगर का तोड़ा ही नहीं, लंगर का तोड़ा ही नहीं, बहुत लंगर लगे, कोई अंत है समान साडा इतना ही पे आ। ਬਾਪੂ ਜੀ ਪਰ ਇੱਥੇ ਆ ਕੇ ਇਹ ਸਾਫ਼ ਹੋ ਗਿਆ ਨਾ ਵੀ ਹੁਣ ਤੱਕ ਸਿਰਫ ਸਿਆਸਤਦਾਨਾਂ ਨੇ ਸਾਡੇ ਮਨਾਂ ਦੇ ਵਿੱਚ ਜ਼ਹਿਰ ਘੋਲਿਆ ਹੋਇਆ ਸੀ ਇੱਕ ਦੂਜੇ ਦੇ ਪ੍ਰਤੀ ਕਿ ਹਰਿਆਣਾ ਇਦਾਂ ਹੈ ਤੇ ਪੰਜਾਬ ਇਦਾਂ ਹੈ, ਪਰ ਨਹੀਂ ਅਸੀਂ ਸਾਰੇ ਇੱਕੋ ਹੀ ਆ, ਸਾਰੇ ਭਾਈ ਆ ਦੋਏ। ਕੋਈ ਇਹ ਸਿਆਸਤਦਾਨਾਂ ਦਾ ਵਿਗਾੜਿਆ ਵਾ ਸਾਰਾ ਕੰਮ। ਪਹਿਲਾਂ ਪੰਜਾਬ 'ਚ ਬੈਠੇ ਰਹੇ, ਹੁਣ ਹਰਿਆਣੇ ਵਾਲੇ ਸਾਡੇ ਅੱਗੇ ਲੱਗ ਕੇ ਆਏ ਆ, ਕੁਛ ਨਾਕੇ ਉਹਨਾਂ ਨੇ ਤੋੜ ਦੀਏ, ਰਹਿੰਦੇ ਗੁੰਦ ਪੰਜਾਬੀਆਂ ਨੇ। ਬਾਪੂ ਜੀ ਤੁਸੀਂ ਕਿਹੜੇ ਇਲਾਕੇ ਤੋਂ? ਹਿੰਦੀ ਤੁਹਾਡੀ ਵੀ ਹੈਗੀ ਆ? ਅਸੀਂ ਪਟਿਆਲੇ ਦੇ ਨਾਲ ਲੱਗਦੇ ਆ ਜੀ, ਘਰੋਂ ਸਾਡਾ ਬਲਾਕ ਹੈ। ਅੱਛਾ ਮੈਂ ਆਖਿਆ ਵੀ ਤੁਸੀਂ ਵੀ ਹਰਿਆਣੇ ਤੋਂ ਆਏ? ਬਿਲਕੁਲ ਨੇੜੇ ਆ ਜੀ, ਮਿਲਦੀ ਜੁਲਦੀ ਬੋਲੀ ਆ ਸਾਡੀ। ਇੱਕ ਗੱਲ ਆਪਾਂ ਨੇ ਜਾਣਨੀ ਚਾਹੁੰਦੇ ਆ ਵੀ ਤੁਸੀਂ ਟਰਾਲੀਆਂ ਦੇ ਵਿੱਚ ਆਏ ਹੋ ਇਕੱਠੇ ਹੋ ਕੇ, ਆ ਪਿੰਡ ਦੇ ਵਿੱਚ ਕਈ ਤਰ੍ਹਾਂ ਦੇ ਮਸਲੇ ਵੀ ਹੁੰਦੇ ਆ, ਹੋ ਸਕਦਾ ਵੀ ਕਿਸੇ ਬਾਪੂ ਦੀ ਦੂਜੇ ਬਾਪੂ ਦੇ ਨਾਲ ਘੱਟ ਬਣਦੀ ਹੋਵੇ, ਜਾਂ ਕੋਈ ਮਾੜਾ ਮੋਟਾ ਰੌਲਾ ਹੁੰਦਾ ਵੀ ਤੇਰਾ ਕੱਟਾ ਸਾਡੇ ਖੇਤ 'ਚ ਵੜ ਗਿਆ ਸੀ, ਸਾਡਾ ਬੱਚਾ ਉਧਰ ਚਲਾ ਗਿਆ, ਕੋਈ ਸੀ ਇਦਾਂ ਦਾ? ਤੇ ਜੇ ਸੀ ਤਾਂ ਇਦਾਂ ਦਾ ਮਸਲਾ ਮਿਟ ਗਿਆ ਕਿ ਨਹੀਂ? नहीं जी नहीं, साडा कोई झगड़ा नहीं किसी नाल, बिल्कुल भी साडा कोई है भी कुछ माड़ा मोटा मोदी ने सही कर दिया वा। सारे ਇਸ ਗੱਲੋਂ ਤਾਂ ਫਿਰ ਮੋਦੀ ਦਾ ਧੰਨਵਾਦ ਵੀ ਕਰਦੇ ਹੋ? मोदी का धन्यवाद करें भी लिया हरियाणा पंजाब इकट्ठा करया, राजस्थान यूपी वगैरह सारे आ जाने वाले बैठे, मोदी विचोला बन गया, गुस्से गिले दूर करने बैठे हैं, उसके पास से अपना काम करा के जाएंगे, नहीं जाएंगे। वाह क्या बात है टाणा साहब जी। भी साडे विच आ गए, साडे हरियाणे वाले भाई विच आ गए, ਇਹ ਸਾਡਾ ਪੰਜਾਬ ਵੀ ਵਿੱਚ ਆ ਗਿਆ, ਅਸੀਂ ਇਕੱਠੇ ਹੋ ਗਏ ਸਾਰੇ। ਵਾਹ ਹਾਂ ਇਸ ਮੁੱਦੇ ਤੇ ਅਸੀਂ ਇਕੱਠੇ ਹੋ ਗਏ ਸਾਰੇ, ਇਕੱਠਾ ਹੋ ਕੇ ਲੜਾਂਗੇ। ਬਹੁਤ ਤੇ ਟਾਣਾ ਸਾਹਿਬ ਪਿੱਛੇ ਚੌਲ ਪੰਜਾਬ ਦੇ ਖੀਰ ਵੀ ਚੱਲ ਰਹੀ ਹੈ। ਵਾਹ ਵਾਹ ਵਾਹ। ਹਾਂਜੀ ਪਿੱਛੇ ਇੱਕ ਬਜ਼ੁਰਗ ਬੀਬੀ ਜੀ ਬੈਠੇ ਨੇ, ਮੈਂ ਚਾਹੁੰਦੀ ਉਹਨਾਂ ਨਾਲ ਵੀ ਆਪਾਂ ਗੱਲਬਾਤ। ਉਹ ਟਰਾਲੀ ਦੇ ਵਿੱਚ ਆਪਾਂ ਚੱਲਦੇ ਹਾਂ ਜੀ। 15 ਕੁਇੰਟਲ ਔਰ ਆਪਣਾ ਮੱਖੀਆਂ ਦਾ ਸ਼ਹਿਦ ਆਇਆ ਲੈ ਕੇ, 15 ਕੁਇੰਟਲ ਸਾਰਿਆਂ ਨੂੰ ਮੰਡਾ ਮਾ ਪਵ ਸ਼ੀਸ਼ੀ ਪਈ ਹੈ, ਐਡੀ ਸਾਰੀ ਭਰੀ ਸ਼ਹਿਦ ਮੱਖੀਆਂ ਦਾ। ਮੈਂ ਨਹੀਂ ਆਇਆ, ਅਸੀਂ ਵੀ ਜਾਂਦੇ ਹੋਏ ਬਸ ਹੁਣੇ ਆ ਗਏ। ਆ ਜਾਓ ਆ ਜਾਓ ਆ ਜਾਓ। ਆਪਾਂ ਨਾ ਹੁਣ ਮਾਤਾ ਜੀ ਦੇ ਨਾਲ ਗੱਲ ਕਰਦੇ ਆਂ ਵੀ ਕਿਉਂਕਿ ਹਰ ਟਰਾਲੀ ਦੇ ਵਿੱਚ ਇੱਕ ਵੱਖਰੇ ਸੰਘਰਸ਼ ਦੇ ਲਖਾਇਕ ਬੈਠੇ ਆ ਜੀ। ਹਰ ਟਰਾਲੀ ਦੇ ਵਿੱਚ ਉਹਨਾਂ ਦੇ ਵੱਲੋਂ ਜੋ ਸੋਚ ਪਾਲੀ ਗਈ ਆ, ਉਹ ਜਿਹੜੇ ਸਾਂਝੇ ਦੁਸ਼ਮਣ ਨੂੰ ਟੁੱਟ ਕੇ ਪੈਣ ਵਾਸਤੇ ਆਏ ਆ, ਉਹ ਮਾਤਾ ਜੀ ਦੇ ਨਾਲ ਆਪਾਂ ਗੱਲਬਾਤ ਕਰਦੇ ਆਂ। ਮਾਤਾ ਜੀ ਕੀ ਹਾਲ ਨੇ? ਠੀਕ ਠਾਕ ਹੋ? ਚੜ੍ਹਦੀ ਕਲਾ ਚੋਂ ਪੈਣੇ ਆ? ਤੇ ਕਿਹੜੇ ਪਿੰਡ ਤੋਂ ਆਏ ਹੋ, ਕਿਹੜੇ ਇਲਾਕੇ ਤੋਂ ਆ ਤੇ ਕਿੰਨੀ ਦੇਰ ਤੋਂ ਇੱਥੇ ਆਏ ਹੋ? ਅਸੀਂ ਜੀ 5-7 ਦਿਨ ਹੋ ਗਏ ਇੱਥੇ। ਅੱਛਾ ਤੇ ਕਿਹੜਾ ਪਿੰਡ ਤੁਹਾਡਾ? ਪਿੰਡ ਸਾਡਾ ਚਗਾਵਾ, ਸ਼ਹਿਰ ਸਾਡਾ ਮੋਗਾ। ਬੇਬੀ ਜੀ ਇਹ ਦੱਸੋ ਵੀ ਤੁਹਾਡਾ ਉਮਰ ਦਾ ਤਜਰਬਾ ਕੀ ਕਹਿੰਦਾ, ਸਰਕਾਰਾਂ ਢੀਠ ਕਿਹੜੀ ਗੱਲੋਂ ਹੋ ਜਾਂਦੀਆਂ? ਇਹ ਤਾਂ ਆਪਣਾ ਗਿਆਨ ਹੈ, ਸਰਕਾਰਾਂ ਨੇ ਮੰਨੀਆਂ ਵੀ ਬਹੁਤ ਸੀ ਸਾਡਾ, ਤੇ ਸਰਕਾਰਾਂ ਢੀਠ ਵੀ ਬਹੁਤ ਵੇਖ ਲਈਆਂ। ਇਹ ਸਰਕਾਰ ਬਹੁਤ ਜ਼ਿਆਦਾ ਢੀਠ ਹੈ, ਇਹ ਸਾਡੇ ਤੇ ਬਹੁਤ ਜ਼ੁਲਮ ਕਰ ਰਹੀ ਹੈ, ਸਾਡੀਆਂ ਜ਼ਮੀਨਾਂ ਖਾਣ ਨੂੰ ਤਿਆਰ ਹੈ।
ਪਰ ਅਸੀਂ ਜ਼ਮੀਨਾਂ ਖੋਣ ਨਹੀਂ ਦੇਵਾਂਗੇ, ਕਾਲੇ ਕਾਨੂੰਨ ਰੱਦ ਕਰਾਂਗੇ। ਇੱਥੇ ਲੜ ਕੇ ਮਰ ਜਾਾਂਗੇ, ਪਰ ਇਹਨਾਂ ਨੂੰ ਪੰਜਾਬ 'ਚ ਨਹੀਂ ਵੜਨ ਦੇਣਾ। ਪੰਜਾਬ 'ਚ ਨਹੀਂ ਵੜਨ ਦੇਣਾ ਜੀ। ਤੇ ਬੇਬੇ ਜੀ, ਤੁਸੀਂ ਪਹਿਲੀ ਵਾਰ ਕਿਸੇ ਅੰਦੋਲਨ ਦਾ ਹਿੱਸਾ ਬਣੇ ਹੋ ਜਾਂ ਇਸ ਤੋਂ ਪਹਿਲਾਂ ਵੀ ਕਦੇ ਬਣੇ? ਪਹਿਲੀ ਵਾਰ ਬਣੀ ਜੀ। ਹਾਂਜੀ। ਮਨ ਦੇ ਵਿੱਚ ਕੀ ਖਿਆਲ ਸੀ, ਕਿਉਂ ਬਣੇ ਹੋ ਇਸ ਅੰਦੋਲਨ ਦਾ ਹਿੱਸਾ? ਇੱਥੇ ਮੇਰੇ ਭਾਈ ਭਤੀਜੇ, ਮੇਰੇ ਪੁੱਤ ਪੋਤਰੇ ਬੈਠੇ ਜੀ, ਮੇਰਾ ਖੂਨ ਖੋਲਦਾ ਵੀ ਮੇਰੇ ਬੱਚੇ ਇੱਥੇ ਸੜਕਾਂ ਤੇ ਰੁਲ ਰਹੇ। ਤੁਸੀਂ ਆਪ ਸੋਚੋ ਵੀ ਇੱਕ ਮਾਂ ਦਾ ਦਿਲ ਕਿਹੋ ਜਿਹਾ ਹੁੰਦਾ। ਜੀ। ਮੇਰੇ ਬੱਚੇ ਸਾਰੇ ਇੱਥੇ ਰੁਲਦੇ ਕਰਕੇ ਮੈਂ ਇੱਥੇ ਆਈ ਹਾਂ। ਮੇਰਾ ਵੀ ਇਹਨਾਂ ਨੂੰ ਵੇਖਣ ਨੂੰ ਜੀ ਕਰਦਾ ਸੀ। ਮਾਤਾ ਜੀ, ਤੁਹਾਡੇ ਕਿੰਨੇ ਪੁੱਤ ਆ ਤੇ ਕਿੰਨੇ ਕਿੱਲੇ ਜ਼ਮੀਨ ਆ ਤੁਹਾਡੇ ਕੋਲੇ? ਮੇਰਾ ਇੱਕੋ ਹੀ ਬੇਟਾ ਹੈ। ਹਾਂ। ਮੇਰੇ ਭਰਾ ਇੱਥੇ ਆਏ। ਕਿੰਨੇ ਏਕੜ ਜ਼ਮੀਨ ਆ ਤੁਹਾਡੇ ਕੋਲ? ਜ਼ਮੀਨ ਸਾਡੇ ਕੋਲੇ 2 ਕਿੱਲੇ ਹੀ ਆ, ਪਰ ਸਾਰੇ ਪਿੰਡ ਜਿਹੜੇ ਹੈ ਨਾ ਪੰਜਾਬ ਦੇ, ਇਹ ਮੇਰੇ ਸਾਰੇ ਬੱਚੇ ਆ। ਵਾਹ। ਤੇ ਇਹਨਾਂ ਦੀ ਜ਼ਮੀਨ ਮੇਰੀ ਆ। ਕੀ ਬਾਤ ਹੈ। ਬਹੁਤ ਖੂਬ। ਤੇ ਇਹਨਾਂ ਦਾ ਦੁੱਖ ਮੇਰਾ। ਵਾਹ ਮਾਤਾ ਜੀ, ਤੁਸੀਂ ਭਾਵੁਕ ਹੋ ਰਹੇ ਹੋ ਤੇ ਮੈਂ ਤੁਹਾਡੀ ਭਾਵੁਕਤਾ ਨੂੰ ਮਹਿਸੂਸ ਕਰਨਾ ਵੀ ਇੱਕ ਮਾਂ ਦੇ ਉੱਤੇ ਕੀ ਬੀਤਦੀ ਆ। ਧਰਤੀ ਮਾਂ ਖੋਣਾ ਚਾਹੁੰਦੇ ਆ ਤੇ ਇਸ ਵਕਤ ਇੱਕ ਮਾਂ ਜਿਹੜੀ ਕਿ ਆਪਦੇ ਪੁੱਤ ਦੀ ਜ਼ਮੀਨ ਬਚਾਉਣਾ ਚਾਹੁੰਦੀ, ਉਹ ਟਰਾਲੀ ਦੇ ਵਿੱਚ ਬੈਠ ਕੇ ਸੰਘਰਸ਼ ਕਰ ਰਹੀ ਆ। ਸਾਡੀ ਮਾਂ ਜੀ। ਹਾਂ, ਇਹ ਸਾਡੀ ਮਾਂ। ਅਸੀਂ ਇਸੇ ਚੋਂ ਹੀ ਪੈਦਾ ਹੋਏ ਆ, ਇਸੇ ਚੋਂ ਹੀ ਪਲੇ ਆ ਤੇ ਇਸੇ 'ਚ ਹੀ ਮਰਨਾ। ਬੇਬੇ ਜੀ, ਮਨ ਦੇ ਵਿੱਚ ਕੋਈ ਧੜਕੂ ਨਹੀਂ ਹੈ ਵੀ ਪਤਾ ਨਹੀਂ ਕੀ ਹੋ ਜਾਣਾ ਹੈ, ਆਉਂਦਾ ਸਮਾਂ ਕੀ ਸੁਨੇਹਾ ਲੈ ਕੇ ਆਏਗਾ? ਹਾਂਜੀ, ਇਹ ਹੈਗਾ ਬੱਚਿਆਂ ਵਾਸਤੇ ਆ, ਪਰ ਮੈਨੂੰ ਕੋਈ ਦੁੱਖ ਨਹੀਂ। ਮੈਂ ਮਰ ਜਾਈ ਤੇ ਕੋਈ ਗੱਲ ਨਹੀਂ, ਸ਼ਹੀਦ ਹੋਣ ਨੂੰ ਤਿਆਰ। ਵਾਹ, ਇਹ ਜਜ਼ਬਾ, ਇਹਨੂੰ ਕਹਿੰਦੇ ਆ ਪੰਜਾਬੀ ਹੋਣਾ, ਇਹਨੂੰ ਕਹਿੰਦੇ ਆ ਅਸਲ ਇਨਸਾਨ, ਇਹਨੂੰ ਕਹਿੰਦੇ ਆ ਵੀ ਮਨੁੱਖ ਹੋਣਾ, ਇਹਨੂੰ ਕਹਿੰਦੇ ਆ ਆਪਦੇ ਫਰਜ਼ਾਂ ਦੇ ਲਈ ਡਟਣਾ, ਇਹਨੂੰ ਕਹਿੰਦੇ ਫਰਜ਼ ਨਿਭਾਉਣੇ, ਇਹਨੂੰ ਕਹਿੰਦੇ ਹੱਕਾਂ ਦੇ ਲਈ ਤਾਂਘਣਾ, ਤੇ ਇਹਨੂੰ ਕਹਿੰਦੇ ਆ ਕਿ ਹੱਕਾਂ ਦੇ ਲਈ ਲੜ ਮਰਨ ਦਾ ਜਜ਼ਬਾ ਰੱਖਣਾ, ਜਿਹੜਾ ਕਿ ਇਸ ਵਕਤ ਸਾਡੇ ਪੰਜਾਬੀਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ। ਆ ਕੁਝ ਕੁ ਭੈਣਾਂ ਆ ਰਹੀਆਂ ਨੇ, ਇਹਨਾਂ ਨੂੰ ਬੇਨਤੀ ਕਰਦੇ ਜੇਕਰ ਬੋਲਣਾ ਚਾਹਣ। ਠੀਕ ਠਾਕ ਹੋ ਜੀ? ਚੜ੍ਹਦੀ ਕਲਾ ਚੋਂ? ਕਿਹੜੀ ਥਾਂ ਤੋਂ ਆਏ ਤੁਸੀਂ? खाने के लिए नहीं आए जी, हमारे बच्चे कह रहे थे कि हम भी देख आएंगे। कौन सी जगह से आए हैं? कुंडली से। हाँ। आपको पता है ये सब कुछ क्या चल रहा है? हाँ, ये अच्छी बात है, बढ़िया बात है, गरीबों के लिए भी अच्छी बात है। कैसे? क्योंकि गरीब लोग मरते हैं। नहीं, ये तो बुरी बात हुई। रोजगार भी नहीं मिलता। ये तो फिर बुरी बात हुई ना, अच्छी कौन सी हुई? अच्छी इसलिए हुई कि हम भी इन्हीं के साथ हैं, जैसा ये कर रहे हैं इन्हीं के साथ है हम लोग। मतलब एक की तरफ जाने के लिए अच्छी बात मानते हो आप? किसानों की तरफ है, क्योंकि किसान भाई साहब अच्छा कर रहे हैं। आपकी जमीन कितनी है? पंजाब में है या कहीं? जमीन नहीं है, क्योंकि हम गरीब आदमी हैं, हम भी, हमारा भी रोजगार बढ़ेगा इनकी वजह से। वाह। हाँ। तो आप कितने दिन से यहाँ हो? हमारे तो जी ससुराल है कुंडली में। हाँ। तो कैसा लग रहा है फिर आपके ससुराल में? अच्छा लग रहा है। लोग आए हुए हैं साढ़े पंजाबी ये कहने अभी मेरे सहुरे ने मंदे ही नहीं गए। हमारे समझ में नहीं पंजाबी में बोलते हैं कि हमारे ससुराल वाले मानते ही नहीं है। हमारे ससुराल वाले मानते हैं, बोलते हैं अच्छी बात है जी, पर जो वो वहाँ बैठे हैं सरकार में, वो नहीं मान रहे। उसको मानना चाहिए। मैं बेनती करदा जी अपने कैमरामैन साथी ਨੂੰ ਵੀ ਉਹ ਝੰਡੇ ਲੈ ਕੇ ਹਾਲੇ ਹੋਰ ਲੋਕ ਆ ਰਹੇ ਆ, ਇਹ ਜਾ ਨਹੀਂ ਰਹੇ। ਉਹ ਕਹਿੰਦੇ ਜਾਓਗੇ ਕਦੋਂ? ਉਹ ਕਹਿੰਦੇ ਵੀ ਆਏ ਲਓ। किसान भैया के साथ है, क्योंकि हम लोग गरीब है तो गरीबों का भी अच्छा ही होगा। हाँ हाँ, चलो, बहुत अच्छी बात है, आप किसान भाइयों के साथ हो। बहुत शुक्रिया आपका। हमारे तो ससुराल है कुंडली में। सॉरी, मैं प्रोग्राम ਸਮੇਟਣ ਦੇ ਲਈ ਭੱਜੀ। ਹਾਂਜੀ, ਹੁਣ ਆਪਾਂ ਗੱਲਬਾਤ ਕਰਦੇ ਹਾਂ ਕੁਝ ਕੁ ਹੋਰ ਸਾਥੀਆਂ ਦੇ ਨਾਲ। ਬਈ ਉਧਰ ਇਸ ਵਕਤ ਕਾਫੀ ਸਾਥੀ ਆ ਜਿਹੜੇ ਉਹ ਬੈਠੇ ਹੋਏ ਆ, ਕੋਈ ਟਰੈਕਟਰ ਦੇ ਉੱਤੇ ਆ ਰਿਹਾ ਤੇ ਕੋਈ ਜਾ ਰਿਹਾ। ਆਹ ਦੇਖੋ ਜੀ, ਤੁਸੀਂ ਦੇਖ ਰਹੇ ਹੋ, ਇਹ ਹੈ ਜਜ਼ਬਾ, ਇਹ ਹੈ ਜੋਸ਼ੀਲੇ ਗੀਤ, ਇਹ ਕਿਸਾਨਾਂ ਬਾਰੇ ਗੀਤ ਚੱਲ ਰਹੇ ਆ। ਹੁਣ ਤੱਕ ਟੋਟਨਾ ਟਾਚਨਾ ਵਾਲੇ ਚੱਲਦੇ ਰਹੇ ਆ, ਪਰ ਕਿਸਾਨੀ ਦੇ ਜਜ਼ਬੇ ਵਾਲੇ ਗੀਤ ਆ ਜਿਹੜੇ ਉਹ ਇਸ ਵਕਤ ਚੱਲਣੇ ਸ਼ੁਰੂ ਹੋਏ ਆ। ਜੀ ਜੀ ਬਿਲਕੁਲ ਟਾਣਾ ਸਾਹਿਬ, ਪਹਿਲਾਂ ਇਉਂ ਲੱਗਣ ਲੱਗ ਗਿਆ ਸੀ ਕਿ ਸ਼ਾਇਦ ਪੰਜਾਬ ਦੇ ਵਿੱਚ ਹੁਣ ਸਭ ਕੁਝ ਖਤਮ ਹੋ ਜਾਏਗਾ, ਸ਼ਾਇਦ ਜਿਹੜੀ ਸਾਡੀ ਨੌਜਵਾਨੀ ਕਰਾਹੇ ਪੈ ਚੁੱਕੀ ਹੈ ਇਹ ਸਹੀ ਰਾਹ ਦੇ ਉੱਪਰ ਨਹੀਂ ਆਊਗੀ। ਪਰ ਮੈਨੂੰ ਲੱਗਦਾ ਵੀ ਇਹ ਵੀ ਗੱਲ ਇਸ ਅੰਦੋਲਨ ਦੇ ਹਿੱਸੇ ਹੀ ਆਈ ਹੈ ਕਿ ਸਾਡੇ ਨੌਜਵਾਨ ਜਿਹੜੇ ਨੇ ਉਹ ਸਾਰੇ ਜਾਗ ਗਏ ਨੇ। ਜੀ, ਹਰਿਆਣੇ ਦੇ ਇੱਕ ਮੰਤਰੀ ਦੇ ਬਿਆਨ ਦੇ ਬਾਬਤ ਆਪਾਂ ਨਾ ਜਾਣਕਾਰੀ ਸਾਂਝੀ ਕਰਦੇ ਹਾਂ। ਬਾਈ ਜੀ, ਤੁਸੀਂ ਕਿਹੜੇ ਪਿੰਡ ਤੋਂ ਆ? ਤੇ ਹਰਿਆਣੇ ਦਾ ਇੱਕ ਮੰਤਰੀ ਕਹਿੰਦਾ ਛੋਰ ਛਪੰਡੇ ਜੇ ਇੱਥੇ ਆਏ ਆ, ਕੋਈ ਬੜਾ ਫਰਕ ਨਹੀਂ ਜੇ ਪੈਂਦਾ। ਨਹੀਂ, ਅਸੀਂ ਮੋਹਾਲੀ ਤੋਂ ਆਏ ਹਾਂ ਜੀ, ਅਸੀਂ ਆਪਣੇ ਹੱਕ ਲੈਣ ਆਏ ਜੀ, ਹੱਕ ਲੈ ਕੇ ਹੀ ਜਾਵਾਂਗੇ। ਉਹ ਕਹਿੰਦੇ ਵੀ ਸਪੀਕਰ ਉੱਚੇ ਕਰਕੇ ਤੇ ਇਹ ਤਾਂ ਸਿਰਫ ਮਟਰ ਕਸ਼ਤੀ ਲਈ ਆਏ ਆ। ਹਰਿਆਣੇ ਦਾ ਇੱਕ ਮੰਤਰੀ ਇਹ ਗੱਲ ਕਹਿੰਦਾ। ਉਹਨਾਂ ਨੂੰ ਕਹੀ ਜਾਣ ਦੋ ਜੋ ਕੁਝ ਕਹਿੰਦੇ, ਉਹਨਾਂ ਨੂੰ ਏਦਾਂ ਕਹਿਣ ਨਾਲ ਵਿਗੜ ਜਾਣਗੇ ਜੀ, ਉਹ ਹੋ ਜਾਣਗੇ। ਕਹੀ ਜਾਣ ਦੋ, ਕੋਈ ਗੱਲ। ਅਸੀਂ ਰੋਜ਼ ਰੈਲੀ ਕੱਢਦੇ ਹਾਂ ਆਪਣੇ ਪੋਸਟਰ ਲੈ ਕੇ ਨਾਲ। ਹਾਂਜੀ, ਬਹੁਤ
ਹਾਂਜੀ ਤੇ ਤੁਸੀਂ ਤਾਂ ਬਿਲਕੁਲ ਨਾ ਉਹਦੇ ਤੇ ਮੇਰੇ ਖਿਆਲ ਮਾਨਹਾਨੀ ਦਾ ਕੇਸ ਵੀ ਕਰੋ। ਮੁੱਛਾਂ ਦਾ ਸਟਾਈਲ ਤੁਹਾਡੇ ਵਰਗਾ ਰੱਖਦਾ, ਖੱਟੜ ਤੇ ਪੰਗੇ ਵੀ ਤੁਹਾਡੇ ਨਾਲ ਲੈਂਦਾ। ਕੋਈ ਨਹੀਂ, ਉਹਨੂੰ ਵੀ ਹਟਾ ਦਾਂਗੇ ਪਹਿਲਾਂ ਇੱਥੇ ਆ ਕਲੇ ਲਈ ਜੀ, ਫਿਰ ਉਹਨੂੰ ਵੀ ਦੱਸਾਂਗੇ ਜੀ। ਹਰਿਆਣਾ ਨਾਲ ਹੈ ਜੀ ਹੁਣ ਸਾਡੇ। ਵਾਹ, ਬਹੁਤ ਜੀ। ਬੋਲੇ ਸੋ ਨਿਹਾਲ। ਸਤਿ ਸ਼੍ਰੀ ਅਕਾਲ। ਹਾਂਜੀ ਬਾਈ ਜੀ, ਕੀ ਕਹਿਣਾ ਚਾਹੋਗੇ? ਅਸੀਂ जिंदाबाद किसान मजदूर एकता जिंदाबाद किसान मजदूर एकता जिंदाबाद जो किसान लाल टकराएगा कल चूर चूर हो जाएगा। जो किसान लाल टकराएगा मजदूर हो जाएगा, उसका बेड़ा गर्क हो जाएगा। जो किसान लाल टकराएगा जो किसान लाल टकराएगा जो किसान लाल टकराएगा जो किसान लाल टकराएगा। ਆਮ ਤੌਰ ਦੇ ਉੱਤੇ ਕਈ ਟੀਵੀ ਚੈਨਲਾਂ ਵਾਲੇ ਇਹ ਗੱਲ ਕਹਿੰਦੇ ਆ ਵੀ ਅਸੀਂ ਤੁਹਾਡੇ ਮੂਹਰੇ ਮਾਈਕ ਕਰਨ ਲੱਗੇ ਆ ਤੇ ਤੁਸੀਂ ਇਦਾਂ ਦਾ ਨਾਰਾ ਲਾਓ। ਕਈ ਵਾਰ ਇਹੋ ਜਿਹੀਆਂ ਗੱਲਾਂ ਸੁਣਨ ਨੂੰ ਮਿਲਦੀਆਂ, ਪਰ ਇਸ ਬਜ਼ੁਰਗ ਨੂੰ ਅਸੀਂ ਨਹੀਂ ਕਿਹਾ, ਇਹ ਇਸ ਬਜ਼ੁਰਗ ਦੇ ਮਨ ਦੇ ਬਲਬਲੇ ਆ। ਬਾਪੂ ਜੀ ਕੀ ਕਹਿਣਾ ਚਾਹੋਗੇ? जो किसान से टकराएगा चूर चूर हो जाएगा, जो किसान से टकराएगा चूर चूर हो उसका जाएगा, बेड़ा गर्क हो जाएगा। जो किसान से टकराएगा जो किसान से टकराएगा। ਬਹੁਤ ਖੂਬ। ਤੇ ਸਾਡੇ ਕੋਲੇ ਹੁਣ ਨਾ ਸਮਾਂ ਬਿਲਕੁਲ ਥੋੜਾ ਤੇ ਕੁਝ ਕੁ ਮਿੰਟ ਬਾਕੀ ਆ। ਤੇ ਬਾਈ ਜੀ ਕੀ ਕਹਿਣਾ ਚਾਹੋਗੇ, ਕਿੱਥੋਂ ਆਏ ਹੋ? ਅਸੀਂ ਨਵਾਂ ਸ਼ਹਿਰ ਜ਼ਿਲ੍ਹੇ ਤੋਂ ਆਏ ਜੀ, ਭਗੌਰਾ ਪਿੰਡ ਹੈ ਜੀ ਸਾਡਾ। ਤੇ ਬਾਈ ਜੀ ਟਹਿਣਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੀ ਕਵਰੇਜ ਦਿਖਾ ਰਹੇ ਹੋ ਇੱਥੇ ਦੀ। ਬਹੁਤ ਮਿਹਰਬਾਨੀ। ਤੇ ਤੁਹਾਡੇ ਵਰਗੇ ਸੂਝਵਾਨ ਪੱਤਰਕਾਰ ਸਾਨੂੰ ਚਾਹੀਦੇ ਆ। ਤੇ ਬਾਈ ਜੀ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਜਿਹੜੀ ਕੇਂਦਰ ਸਰਕਾਰ ਆ ਇਹ ਬਿੱਲ ਜਲਦੀ ਤੋਂ ਜਲਦੀ ਵਾਪਸ ਲਵੇ। ਦੇਖੋ ਕਿੰਨੀ ਠੰਡ ਵਿੱਚ ਰਾਤ ਨੂੰ ਇੱਥੇ ਮਾਵਾਂ ਬੈਠੀਆਂ, ਬੱਚੇ ਬੈਠੇ ਆ, ਬਜ਼ੁਰਗ ਬੈਠੇ ਆ, ਉਹ ਉਹਨਾਂ ਨੂੰ ਜਮਾਂ ਹੀ ਤਰਸ ਨਹੀਂ ਆਉਂਦਾ ਹੈਗਾ। ਮੋਦੀ ਦੀ ਜਿਹੜੀ ਧੌਣ 'ਚ ਕਿੱਲਾ ਉਹ ਕੱਢ ਕੇ ਹੀ ਜਾਵਾਂਗੇ ਘਰ ਨੂੰ, ਇਦਾਂ ਨਹੀਂ ਜਾਂਦੇ। ਤੇ ਜੇ ਉਹ ਅੱਜ ਨਾ ਵਾਪਸ ਲੈ ਬਿੱਲ ਤਾਂ ਉਹਨੂੰ ਦੱਸ ਦੇਵਾਂਗੇ ਫਿਰ ਪੰਜਾਬੀ ਕੌਮ ਕੀ ਹੁੰਦੀ ਆ। ਬਾਈ ਜੀ ਕੀ ਕਹਿਣਾ ਚਾਹੋਗੇ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਦਿਲਬਾਗ ਸਿੰਘ, ਆਪਾਂ ਹਰਿਆਣੇ ਕਰਨਾਲ ਤੋਂ ਆ ਜੀ। ਬਾਕੀ ਜੋ ਮੋਦੀ ਕਰ ਰਿਹਾ ਹੈ ਬਹੁਤ ਧੱਕਾ ਕਰ ਰਿਹਾ ਜ਼ਿਮੀਂਦਾਰਾਂ ਦੇ ਨਾਲ। ਖਾਲੀ ਇਹ ਬਿੱਲ ਨਹੀਂ ਆਪਾਂ ਵਾਪਸ ਚਾਹੁੰਦੇ, ਨਾਲ ਇਹਦੇ ਨਾਲ ਜਿਹੜੀ ਸਾਡੀਆਂ ਪਹਿਲੀਆਂ ਹੋਰ ਵੀ ਲੜਾਈਆਂ ਜਿਹੜੀਆਂ ਇਸ ਤੋਂ ਪਹਿਲਾਂ ਜਿਸ ਕਰਕੇ ਸਾਡੀ ਕਿਸਾਨੀ ਪਿੱਛੇ ਗਈ ਆ, ਜਿਸ ਕਰਕੇ ਸਾਡਾ ਕਿਸਾਨ ਕਰਜ਼ੇਦਾਰ ਹੋਇਆ ਹੈ, ਜਿਸ ਕਰਕੇ ਸਾਡਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ, ਆਪਾਂ ਨੇ ਉਹ ਵੀ ਸੁਧਾਰ ਇਹ ਤੋਂ ਕਰਵਾਉਣੇ ਆ। ਬਿੱਲ ਵਾਪਸ ਖਾਲੀ ਇੱਕ ਬਿੱਲ ਵਾਪਸ ਨਹੀਂ ਸਿਰਾ, ਇਹ ਸਾਰਾ ਉਹ ਤੋਂ ਕਰਵਾਉਣਾ ਆਪਾਂ, ਕਿਉਂਕਿ ਜਿਹੜਾ ਕਿਸਾਨ ਦੇ ਸਿਰ ਤੇ ਸਾਰੀ ਦੁਨੀਆ ਰੋਟੀ ਖਾ ਰਹੀ ਹੈ। ਜੇ ਕਿਸਾਨ ਹੀ ਮਰ ਗਿਆ ਤੇ ਫਿਰ ਪਿੱਛੇ ਕੀ ਰਹਿ ਜਾਏਗਾ ਜੀ? ਸਹੀ ਗੱਲ ਹੈ। ਰਾਣਾ ਸਾਹਿਬ ਆਪਾਂ ਰੈਣ ਬਸੇਰਿਆਂ ਦੀ ਗੱਲ ਕਰ ਰਹੇ ਸੀ, ਟਰਾਲੀਆਂ ਦੇ ਵਿੱਚ ਆ ਵੇਖੋ ਸਾਹਮਣੇ ਹੀ ਆਪਣੇ ਵੀ। ਆ ਮੇਰੀ ਬੇਨਤੀ ਹੈ ਜੀ ਕਿ ਆ ਜਿਹੜੇ ਚੁੱਲ੍ਹੇ ਆ, ਜਿਹੜੇ ਇਸ ਵਕਤ ਤਵਾ ਪ੍ਰਾਂਤ ਆ, ਜਿਹੜੇ ਥਾਲ ਆ, ਉਹ ਦਿਖਾ ਦਿਓ ਵੀ ਸਾਡੀਆਂ ਇੰਨੀਆਂ ਕੀ ਲੋੜਾਂ, ਤੇ ਮੋਦੀ ਤੇ ਸ਼ਾਹ ਦੀ ਜੋੜੀ ਆ ਜਿਹੜੀ ਉਹ ਸਾਡੀਆਂ ਇਹਨਾਂ ਲੋੜਾਂ ਦੇ ਬਾਬਤ ਜਾਣ ਲਵੇ। ਸਾਡੇ ਆਹ ਸਮਾਨ ਚਕਾ ਕੇ ਤੁਸੀਂ ਕਿੱਥੇ ਭਜਾਓਗੇ? ਅਸੀਂ ਤਾਂ ਕਿਤੇ ਵੀ ਰੱਖ ਲਾਂਗੇ, ਪਰ ਤੁਸੀਂ ਕਿੱਥੇ ਜਾਓਗੇ? ਰੌਲਾ ਇਹ ਆ। ਬਿਲਕੁਲ ਸਹੀ ਗੱਲ ਹੈ। ਸੋ ਇਸ ਸੰਘਰਸ਼ ਦਾ ਜਿਹੜਾ ਜੋਸ਼ ਹੈ ਉਹ ਇਹੀ ਸਭ ਕੁਝ ਕਹਿ ਰਿਹਾ ਹੈ ਕਿ ਅਸੀਂ ਜਿਹੜਾ ਜੋ ਗਲਤ ਹੈ ਉਹਦੇ ਖਿਲਾਫ ਖੜਨਾ ਜਾਣਦੇ ਆ ਔਰ ਆਪਣੇ ਹੱਕ ਵੀ ਲੈਣੇ ਜਾਣਦੇ ਆ, ਜੋ ਕਿ ਲੋਕ ਕਹਿ ਰਹੇ ਨੇ ਕਿ ਅਸੀਂ ਲੈ ਕੇ ਹੀ ਜਾਵਾਂਗੇ। ਬਿਲਕੁਲ ਜੀ, ਅਸੀਂ ਨਾ ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ ਰੱਖਾਂਗੇ ਤੇ ਵੱਧ ਤੋਂ ਵੱਧ ਪ੍ਰਾਈਮ ਏਸ਼ੀਆ ਟੀਵੀ ਨੂੰ ਤੁਸੀਂ ਪਿਆਰ ਹੋਰ ਦਿਓ, ਵੱਧ ਤੋਂ ਵੱਧ ਪ੍ਰੋਗਰਾਮਾਂ ਨੂੰ ਸਾਂਝਾ ਕਰੋ ਤਾਂ ਜੋ ਆਵਾਜ਼ ਅੱਗੇ ਤੋਂ ਅੱਗੇ ਪਹੁੰਚਣੀ ਚਾਹੀਦੀ ਆ। ਤੇ ਫਿਲਹਾਲ ਆਪਾਂ ਸਮਾਪਤੀ ਇੱਥੇ ਕਰਦੇ ਆ ਤੇ ਇਨਕਲਾਬ ਦੇ ਨਾਰੇ ਨਾਲ ਕਰਦੇ ਆ ਕਿ ਇਨਕਲਾਬ ਜਿੰਦਾਬਾਦ, ਇਨਕਲਾਬ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜੀ। ਜਕਾਰਾ ਬੁਲਾਵੇ ਨਿਹਾਲ ਹੋ ਜਾਵੇ, ਸਿੰਘਾਂ ਸ਼ਹੀਦਾਂ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ। ਜੱਜ ਦਾ ਵਿਚਾਰ।